ਬਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੇ ਬੈਰਾਗਣ ਮਹਲਾ ਪਹਿਲਾ। ਹਰਣੇ ਹੋਆ ਬਨ ਬਸਾਂ ਕੰਦ ਮੂਲ ਚੁਣ ਖਾਓ। ਗੁਰ ਪ੍ਰਸਾਦੇ ਮੇਰਾ ਸਹੋ ਮਿਲੈ ਵਾਰ ਵਾਰ ਹਾਂ ਜਾਉ ਜਿਉ। ਹਰਣੇ ਹੋਆ ਬਨ ਬਸਾਂ ਕੰਦ ਮੂਲ ਚੁਣ ਖਾਓ। ਗੁਰ ਪ੍ਰਸਾਦੇ ਮੇਰਾ ਸਹੋ ਮਿਲੈ ਵਾਰ ਵਾਰ ਹਾਂ ਜਾਉ ਜਿਉ। ਮੈਂ ਬਨਜਾਰਨ ਰਾਮ ਕੇ ਤੇਰਾ ਨਾਮ ਵਖਰ ਵਾਪਾਰ ਜੇ। ਰਹਾਉ ਕੋਕਿਲ ਹੋਆ ਅੰਬ ਬਸਾਂ ਸਹਿਜ ਸ਼ਬਦ ਵਿਚਾਰ। ਸਹਿਜ ਸੁਭਾਏ ਮੇਰਾ ਸਹੋ ਮਿਲੈ ਦਰਸ਼ਨ ਰੂਪ ਅਪਾਰ। ਮਛਲੀ ਹੋਆ ਜਲ ਬਸਾਂ ਜਿയ ਜੰਤ ਸਭ ਸਾਰ। ਉਰਵਾਰ ਪਾਰ ਮੇਰਾ ਸਹੋ ਵਸੈ ਹਾਂ ਮਿਲਾਂਗੇ ਬਾਹਾਂ ਪਸਾਰ। ਨਾਗਨ ਹੋਆ ਧਰ ਵਸਾਂ ਸ਼ਬਦ ਵਸੈ ਭਉ ਜਾਏ। ਨਾਨਕ ਸਦਾ ਸੁਹਾਗਣੇ ਜਿਨ ਜੋਤੇ ਜੋਤ ਸਮਾਏ। ਨਾਗਨ ਹੋਆ ਧਰ ਵਸਾਂ ਸ਼ਬਦ ਵਸੈ ਭਉ ਜਾਏ। ਨਾਨਕ ਸਦਾ ਸੁਹਾਗਣੇ ਜਿਨ ਜੋਤੇ ਜੋਤ ਸਮਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜਾਗਦੀ ਜੋਤ 10 ਪਾਤਸ਼ਾਹੀਆਂ ਦੇ ਆਤਮਕ ਸਵਰੂਪ ਜੁਗੋ ਜੁਗ ਅਟਲ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਆਪ ਜੀ ਪੰਥ ਦੇ ਮਹਾਨ ਪਵਿੱਤਰ ਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਦੇ ਹੋਏ ਸੰਗਤ ਦੀਆਂ ਘੜੀਆਂ ਦਾ ਸੁਖ ਮਾਣ ਰਹੇ ਹੋ।
ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੀਨ ਦਿਆਲ ਸਤਿਗੁਰਾਂ ਜੀ ਨੇ ਇਸ ਪਾਵਨ ਅਸਥਾਨ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਗੁਰਿਆਈ ਤਖਤ ਬਖਸ਼ਿਸ਼ ਕੀਤਾ। ਪੰਜ ਸਿੰਘ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਤਾਬਿਆ ਹਜ਼ੂਰ ਨੇ ਖੜੇ ਕੀਤੇ ਅਤੇ ਇਹ ਨਿਯਮ ਸਤਿਗੁਰਾਂ ਜੀ ਨੇ ਜੋ ਵੱਡਿਆਂ ਸਤਿਗੁਰਾਂ ਜੀ ਤੋਂ ਚਲਿਆ ਆਉਂਦਾ ਸੀ, ਸਤਿਗੁਰਾਂ ਜੀ ਨੇ ਉਹ ਰਸਮ ਨਿਭਾਈ ਤੇ ਆਪਣੇ ਖਾਲਸੇ ਨੂੰ ਆਗਿਆ ਕੀਤੀ ਕਿ ਅੱਜ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਆਪਣਾ ਗੁਰੂ ਮੰਨਣਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਏ ਹੋਏ ਸ਼੍ਰੀ ਮੁਖਵਾਕ ਸਾਡਾ ਹੁਕਮ ਹੋਵੇਗਾ, ਸਾਡੀ ਆਵਾਜ਼ ਹੋਵੇਗੀ। ਇਹ ਮਹਾਰਾਜ ਜੀ ਨੇ ਆਪ ਦੇ ਖਾਲਸੇ ਨੂੰ ਆਗਿਆ ਕੀਤੀ। ਆਪ ਸੱਚੇ ਪਾਤਸ਼ਾਹ ਜੋਤੀ ਜੋਤ ਸਤਿਗੁਰੂ ਜੀ ਇਸ ਅਸਥਾਨ ਤੇ ਸਮਾਏ। ਹਜ਼ੂਰ ਦੇ ਐਸੇ ਪਾਵਨ ਅਸਥਾਨ ਦਾ ਆਪ ਦਰਸ਼ਨ ਦੀਦਾਰ ਕਰ ਰਹੇ ਹੋ। ਮਹਾਰਾਜ ਜੀ ਦੇ ਹਜ਼ੂਰ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਪਿਆਰ ਸ਼ਰਧਾ ਨਾਲ ਸਤਿਗੁਰੂ ਜੀ ਦਾ ਅੰਮ੍ਰਿਤ ਉਪਦੇਸ਼ ਸਰਵਣ ਕਰੀਏ। ਮਹਾਰਾਜ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਗੌੜੇ ਬੈਰਾਗਣ ਮਹਲਾ ਪਹਿਲਾ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗੌੜੀ ਰਾਗ ਦੇ ਅੰਦਰ ਇਹ ਗੌੜੀ ਦੀ ਬੈਰਾਗਣ ਜਾਤੀ ਵਿੱਚ ਸੱਚੇ ਪਾਤਸ਼ਾਹ ਜੀ ਆਪਣੇ ਸ਼੍ਰੀ ਕੰਠ ਤੋਂ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਮਹਾਰਾਜ ਜੀ ਨੇ ਜੋ ਕੱਲ੍ਹ ਉਪਦੇਸ਼ ਆਇਆ ਸੀ, ਹਜ਼ੂਰ ਨੇ ਜਨਮ ਦਾ ਅਮੋਲਕ ਹੋਣਾ ਸਾਨੂੰ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਦੱਸਿਆ ਕਿ ਕਿੱਡਾ ਇਹ ਅਮੋਲਕ ਜਨਮ ਹੈ ਤੇ ਮਾਇਆ ਤੇ ਵਕਾਰਾਂ ਰੂਪੀ ਕੌਡੀਆਂ ਵਿੱਚ ਇਹ ਖਰਾਬ ਹੁੰਦਾ ਜਾ ਰਿਹਾ ਜੀਵ। ਇਹਨੂੰ ਸੰਭਾਲ ਲੈ। ਇਹਦਾ ਹੀਰੇ ਵਰਗਾ ਮੁੱਲ ਵਾਹਿਗੁਰੂ ਦੇ ਭਜਨ ਕਰਨ ਨਾਲ ਪੈ ਸਕਦਾ ਹੈ। ਹੀਰਾ ਇਸ ਕਰਕੇ ਆਖਿਆ ਕਿਉਂਕਿ ਲੱਭਦਾ ਨਹੀਂ। ਜਿਵੇਂ ਹੀਰਾ ਦੁਸਤਰ ਹੈ, ਇਵੇਂ ਮਨੁੱਖਾ ਜਨਮ ਪ੍ਰਾਪਤ ਹੋਣਾ ਬੜਾ ਦੁਸਤਰ ਹੈ, ਬੜਾ ਕਠਿਨ ਹੈ। ਹੀਰੇ ਵਰਗਾ ਏ ਕਿਉਂਕਿ ਇਸ ਜਨਮ ਵਰਗਾ ਕੋਈ ਹੋਰ ਮੁੱਲ ਨਹੀਂ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਪਣੇ ਸਵਾਸਾਂ ਨੂੰ ਭਜਨ ਵਿੱਚ ਲਾ ਕਰਕੇ ਸਫਲਿਆਂ ਕਰ। ਇਹ ਸਤਿਗੁਰਾਂ ਜੀ ਨੇ ਸਾਨੂੰ ਕੱਲ੍ਹ ਦੇ ਸ਼ਬਦ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ। ਹਜ਼ੂਰ ਦੇ ਸਤ ਸੰਗਤ ਜੀ ਕਰਤਾਰਪੁਰ ਸਾਹਿਬ ਮਹਾਰਾਜ ਜੀ ਦੇ ਕੋਲ ਬੇਅੰਤ ਸੰਗਤਾਂ ਰਹਿੰਦੀਆਂ ਹਨ। ਸਤਿਗੁਰੂ ਜੀ ਨੂੰ ਜਿਵੇਂ ਸਿੱਖਾਂ ਨੇ ਪ੍ਰਸ਼ਨ ਕੀਤੇ ਹੈ, ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਹਰਣੇ ਹੋਆ ਬਨ ਬਸਾਂ। ਬੇਅੰਤੀ ਭੇਖਾਂ ਦੇ ਲੋਕ ਵੀ ਮਹਾਰਾਜ ਦੇ ਦਰਸ਼ਨ ਕਰਨ ਕਰਤਾਰਪੁਰ ਸਾਹਿਬ ਆਉਂਦੇ ਹੈ।
ਉਹਦੇ ਵਿੱਚ ਸਾਧ ਸੰਗਤ ਜੀ ਬਾਨਪ੍ਰਸਤੀ ਵੀ ਹੈ, ਫਿਰ ਬ੍ਰਹਮਚਾਰੀ ਵੀ ਹੈ, ਗ੍ਰਸਤੀ ਵੀ ਹਨ, ਸੰਨਿਆਸੀ ਵੀ ਹਨ। ਸਤਿਗੁਰਾਂ ਜੀ ਦੇ ਕੋਲ ਇਹਨਾਂ ਨੇ ਬੇਨਤੀ ਕੀਤੀ ਹੈ ਸਿੱਖਾਂ ਨੇ, ਮਹਾਰਾਜ ਆਪ ਕਿਰਪਾ ਕਰਕੇ ਦੱਸੋ ਬਾਨਪ੍ਰਸਤੀ ਚੰਗਾ ਹੁੰਦਾ ਹੈ ਕਿ ਜਾਂ ਬਾਨਪ੍ਰਸਤੀ ਦੇ ਨਾਲੋਂ ਮਹਾਰਾਜ ਬ੍ਰਹਮਚਾਰੀ ਚੰਗਾ ਹੁੰਦਾ ਹੈ? ਬ੍ਰਹਮਚਾਰੀ ਚੰਗਾ ਹੁੰਦਾ ਹੈ ਕਿ ਜਾਂ ਫਿਰ ਮਹਾਰਾਜ ਗ੍ਰਸਤੀ ਚੰਗਾ ਹੁੰਦਾ ਹੈ? ਗ੍ਰਸਤੀ ਚੰਗਾ ਹੁੰਦਾ ਹੈ ਕਿ ਜਾਂ ਫਿਰ ਸੰਨਿਆਸੀ ਚੰਗਾ ਹੁੰਦਾ ਹੈ? ਇਹ ਮਹਾਰਾਜ ਆਪ ਕਿਰਪਾ ਕਰਕੇ ਦੱਸੋ। ਤੋ ਸਾਧ ਸੰਗਤ ਜੀ, ਜਿੱਥੇ ਭਾਰਤ ਵਰਸ਼ ਦੇ ਅੰਦਰ 4 ਵਰਨ ਹਨ, ਖੱਤਰੀ, ਬ੍ਰਾਹਮਣ, ਸ਼ੂਦਰ ਤੇ ਵੈਸ਼, ਉੱਥੇ ਇਹਨਾਂ 4 ਆਸ਼ਰਮਾਂ ਦੇ ਅੰਦਰ ਵੀ ਜਿਹੜਾ ਹੈ ਭਾਰਤ ਵਰਸ਼ ਦੇ ਅੰਦਰ ਜਿਹੜਾ ਸੀ ਪੰਡਤਾਂ ਨੇ ਲੋਕਾਂ ਨੂੰ ਵੰਡਿਆ ਸੀਗਾ। ਇਹ 4 ਆਸ਼ਰਮ ਬਣਾਏ ਸੀਗੇ। ਵੇਦ ਦੇ ਮੁਤਾਬਕ ਵੀ ਜਿਹੜੇ ਪਹਿਲੇ 25 ਸਾਲ ਹਨ ਉਹ ਕਹਿੰਦੇ ਆ ਕਿ ਬ੍ਰਹਮਚਰਜ ਧਾਰਨ ਕਰੇ, ਤੇ ਬ੍ਰਹਮਚਰਜ ਧਾਰਨ ਕਰਕੇ ਵਿਦਿਆ ਦਾ ਪਠਨ ਕਰੇ, ਵਿਦਿਆ ਪੜ੍ਹੇ ਬਹੁਤ ਸਾਰਾ। ਇਹ 25 ਸਾਲ ਤੱਕ ਬ੍ਰਹਮਚਰਜ ਰੱਖਣ ਦਾ ਦੇਹੀ ਦੇ ਅੰਦਰ ਵੀ ਬੜਾ ਵੱਡਾ ਸੁੱਖ ਤੇ ਲਾਭ ਰਹਿੰਦਾ, ਦੇਹ ਵੀ ਨਰੋਈ ਰਹਿੰਦੀ ਹੈ ਤੇ ਜੀਵ ਦੀ ਉਮਰਾ ਵੀ ਫਿਰ 100 ਸਾਲ ਤੱਕ ਕਲਯੁਗ ਵਿੱਚ ਮੰਨੀ ਹੈ, ਉੱਥੇ ਤੱਕ ਪਹੁੰਚ ਜਾਂਦਾ ਹੈ। ਜੇਕਰ ਕਿ ਬ੍ਰਹਮਚਰਜ ਕਾਇਮ ਨਹੀਂ ਰਹਿੰਦਾ, ਫਿਰ ਜੀਵ ਦੇ ਦੇਹ ਵਿੱਚ ਵੀ ਰੋਗ ਉੱਠਦੇ ਹੈ, ਮਨ ਵੀ ਰੋਗੀ ਰਹਿੰਦਾ ਹੈ, ਤੇ ਫਿਰ ਮਸਾਂ 50 ਸਾਲ ਤੱਕ ਵੀ ਮਸਾਂ ਹੀ ਜੀਵਿਆ ਜਾਂਦਾ ਹੈ। ਇਹ ਬੜਾ ਗੁਣਕਾਰੀ ਹੈ। ਤੇ 25 ਸਾਲ ਤੱਕ ਜਿਹੜਾ ਹੈ ਉਹ ਕਿਹਾ ਕਿ ਬ੍ਰਹਮਚਰਜ ਰੱਖ ਕੇ ਤੇ ਵਿਦਿਆ ਪੜ੍ਹੇ। ਫਿਰ ਉਦੋਂ ਅੱਗੇ ਜਿਹੜੇ 25 ਸਾਲ ਹੈ ਗ੍ਰਸਥ ਆਸ਼ਰਮ ਨੂੰ ਧਾਰਨ ਕਰੇ। ਗ੍ਰਸਥ ਆਸ਼ਰਮ ਧਾਰਨ ਕਰਕੇ ਜਿਹੜਾ ਹੈ ਸੰਤਾਨ ਨੂੰ ਪੈਦਾ ਕਰੇ ਤੇ ਗ੍ਰਸਥ ਵਿੱਚ ਰਹੇ 50 ਸਾਲ ਤੱਕ। ਤੇ 50 ਸਾਲ ਤੋਂ ਬਾਅਦ ਜਿਹੜੇ ਅਗਲੇ 25 ਸਾਲ ਹੈ 75 ਸਾਲ ਤੱਕ ਫਿਰ ਬਾਨਪ੍ਰਸਤੀ ਹੋ ਜੇ ਪਰਿਵਾਰ ਨਾਲ ਜਾਵੇ ਤੇ ਤਾਂ ਵੀ ਤਪ ਕਰੇ। ਜਿਵੇਂ ਰਾਜੇ ਲੋਕ ਵੀ ਤਪ ਕਰਿਆ ਕਰਦੇ ਬਨ ਵਿੱਚ ਜਾ ਕਰਕੇ, ਤੇ ਭਾਵੇਂ ਕਿ ਜੇ ਲੋੜ ਪੈਂਦੀ ਤੇ ਆਪਦੇ ਰਾਜ ਭਾਗ ਦੇ ਕਾਰਜਾਂ ਵਾਸਤੇ ਵੀ ਦਿਸ਼ਾ ਨਿਰਦੇਸ਼ ਉੱਥੋਂ ਹੀ ਦੇ ਦਿੰਦੇ। ਜਿਵੇਂ ਰਾਮਚੰਦਰ ਜੀ ਬਨੋਵਾਸੀ ਹੀ ਹੋਏ ਸੀ ਨਾ, ਬਾਨਪ੍ਰਸਤੀ ਬਣੇ ਸੀ, ਤੇ ਭਰਤ ਪਿੱਛੇ ਜਾ ਕਰਕੇ ਮਿਲ ਆਇਆ, ਸਾਰੀ ਵਿਧੀ ਪੁੱਛੀ, ਕਿਉਂ ਉੱਥੇ ਬੈਠਿਆਂ ਵੀ ਉਹ ਦਿਸ਼ਾ ਨਿਰਦੇਸ਼ ਦੇ ਦਿੰਦੇ ਆ। ਪਰ ਜਦੋਂ ਫਿਰ 75 ਤੋਂ 25 ਸਾਲ ਭਾਵ 75 ਤੋਂ 100 ਸਾਲ ਹੈ ਨਾ, ਅਗਲੇ 25 ਸਾਲ, ਉਦੋਂ ਫਿਰ ਸੰਸਾਰ ਤੋਂ ਸੰਨਿਆਸ ਲੈ ਲਵੇ, ਉਦੋਂ ਸੰਨਿਆਸੀ ਹੋਵੇ। ਇਹ ਵੇਦ ਦੀ ਰੀਤੀ ਮੁਤਾਬਕ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਪੁੱਛਿਆ ਹੈ ਸਿੱਖਾਂ ਨੇ, ਮਹਾਰਾਜ ਇਹਨਾਂ ਵਿੱਚੋਂ ਕਿਹੜਾ ਚੰਗਾ ਹੈ? ਗ੍ਰਸਥ ਆਸ਼ਰਮ ਚੰਗਾ ਹੈ, ਬ੍ਰਹਮਚਾਰੀ ਆਸ਼ਰਮ ਚੰਗਾ ਹੈ, ਬਾਨਪ੍ਰਸਤੀ ਆਸ਼ਰਮ ਚੰਗਾ ਹੈ, ਜਾਂ ਕਿ ਸੰਨਿਆਸੀ ਆਸ਼ਰਮ ਚੰਗਾ ਹੈ? ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਿੱਖਾਂ ਦੇ ਪ੍ਰਸ਼ਨ ਸੁਣ ਕਰਕੇ ਹਜੂਰ ਉੱਤਰ ਦਿੰਦੇ ਹੈ। ਮਹਾਰਾਜ ਨੇ ਕਿਹਾ, ਸਿੱਖੋ, ਜੇ ਤਾਂ ਪ੍ਰੇਮ ਹੈ ਫਿਰ ਤਾਂ ਸਾਰੇ ਹੀ ਸਫਲ ਹੀ ਹੈ। ਜੇ ਪ੍ਰੇਮ ਪ੍ਰਾਪਤ ਹੋ ਗਿਆ ਨਾ ਵਾਹਿਗੁਰੂ ਦਾ, ਫਿਰ ਤਾਂ ਉਹਦਾ ਬਾਨਪ੍ਰਸਤੀ ਹੋਣਾ ਵੀ ਸਫਲਾ ਹੋ ਜਾਂਦਾ, ਫਿਰ ਉਹਦਾ ਜਿਹੜਾ ਗ੍ਰਸਤੀ ਹੋਣਾ ਵੀ ਸਫਲਾ ਹੋ ਜਾਂਦਾ, ਉਹਦਾ ਬ੍ਰਹਮਚਰਜ ਰੱਖਿਆ ਵੀ ਸਫਲਾ ਹੋ ਜਾਂਦਾ, ਉਹਦਾ ਸੰਨਿਆਸ ਧਰਿਆ ਵੀ ਸਫਲਾ ਹੋ ਜਾਂਦਾ। ਜੇ ਪ੍ਰੇਮ ਉਤਪੰਨ ਹੋ ਜਾਵੇ ਤਾਂ ਸਭ ਤੋਂ ਉੱਤਮ ਪਦਾਰਥ ਤਾਂ ਵਾਹਿਗੁਰੂ ਦਾ ਪਿਆਰ ਹੈ। ਉਹ ਪਿਆਰ ਦੀ ਰੀਤ ਮਹਾਰਾਜ ਦਿਖਾਉਂਦੇ ਹੋਏ ਪਹਿਲਾਂ ਪਿਆਰ ਦੇ ਪ੍ਰਕਰਣ ਤੋਂ
ਤੇ ਫਿਰ ਅੰਤਰੀਵ ਤੇ ਫਿਰ ਇਹਨਾਂ ਭੇਖਾਂ ਦੀ ਬਾਬਤ ਜੋ ਮਹਾਰਾਜ ਸਿੱਖਿਆ ਦਿੱਤੀ ਹੈ ਉਸ ਪ੍ਰਕਰਣ ਤੇ ਸਰਵਣ ਕਰਾਂਗੇ। ਹਜੂਰ ਫਰਮਾਉਂਦੇ ਹਨ ਜਦੋਂ ਇਹ ਪ੍ਰੇਮ ਦੀ ਅਵਸਥਾ ਸੱਚੇ ਪਾਤਸ਼ਾਹ ਜੀ ਦਿਖਾਉਂਦੇ ਨੇ ਆਪਣੀ ਪਰਮ ਪਵਿੱਤਰ ਰਸਨਾ ਤੋਂ। ਹਰਣੇ ਹੋਵਾ ਬਨ ਬਸਾਂ। ਹੇ ਵਾਹਿਗੁਰੂ, ਜੇ ਆਪ ਬਨ ਦੀ ਨਿਆਈ ਹੋਵੋ ਤੇ ਅਸੀਂ ਮਹਾਰਾਜ ਹਰਣੀਆਂ ਦੀ ਨਿਆਈ ਹੋ ਕਰਕੇ ਨਾ, ਹਰਣੀ ਹੋ ਕਰਕੇ ਮਹਾਰਾਜ ਮੈਂ ਆਪ ਦੇ ਜੋ ਤੁਸੀਂ ਵਾਹਿਗੁਰੂ ਬਨ ਰੂਪ ਹੋਵੋ ਤੇ ਤੁਹਾਡੇ ਅੰਦਰ ਜੰਗਲ ਰੂਪ ਹੋਵੋ ਤਾਂ ਮੈਂ ਵਸਣਾ ਕਰਾਂ। ਕੰਦ ਮੂਲ ਚੁਣ ਖਾਓ। ਉਥੋਂ ਮਹਾਰਾਜ ਜਿਹੜੇ ਕੰਦ ਡਾਣਿਆਂ ਨੂੰ ਲੱਗੇ ਹੋਏ ਮੂਲ ਫੁੱਲ ਆਦਿਕ ਜਾਂ ਫਲ ਡਿੱਗੇ ਹੁੰਦੇ ਐ ਉਹ ਚੁਣ ਚੁਣ ਕੇ ਮਹਾਰਾਜ ਅਸੀਂ ਖਾਣਾ ਕਰੀਏ ਸੰਤੋਖੀ ਚਿੱਤ ਰੱਖ ਕਰਕੇ। ਗੁਰ ਪ੍ਰਸਾਦੇ ਮੇਰਾ ਸਹੁ ਮਿਲੈ। ਪਰ ਮਹਾਰਾਜ ਕਹਿੰਦੇ ਨੇ ਮੇਰਾ ਸਹੁ ਤਾਂ ਭਾਈ ਗੁਰੂ ਸਾਹਿਬ ਦੀ ਪ੍ਰਸਾਦ ਕਿਰਪਾ ਨਾਲ ਮਿਲਦਾ ਹੈ। ਜੇ ਕਰਕੇ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਜਿਹੜਾ ਹੈ ਬਾਨ ਪ੍ਰਸਤੀ ਉਹਦੀ ਪਾਪਤ ਕਿਹਾ ਹੈ ਕਿ ਜੇ ਕਰਕੇ ਮੇਰਾ ਵਾਹਿਗੁਰੂ ਜੰਗਲ ਰੂਪ ਹੋਵੇ ਤੇ ਫਿਰ ਤਾਂ ਮਹਾਰਾਜ ਕਹਿੰਦੇ ਅਸੀਂ ਹਰਣੀ ਦੀ ਤਰ੍ਹਾਂ ਹੋ ਕਰਕੇ ਉਸ ਜੰਗਲ 'ਚ ਹੀ ਵਸ ਜਾਈਏ। ਕਾਹਨੂੰ ਫਿਰ ਹੋਰ ਕਿਤੇ ਰਹਿਣਾ, ਫਿਰ ਉਸ ਜੰਗਲ 'ਚ ਹੀ ਰਹੀਏ ਜੇ ਮੇਰਾ ਵਾਹਿਗੁਰੂ ਜੰਗਲ ਰੂਪ ਹੈ ਤਾਂ। ਉੱਥੋਂ ਹੀ ਕੰਦ ਮੂਲ ਚੁਣ ਚੁਣ ਕੇ ਫਲ ਖਾ ਕੇ ਸੰਤੋਖੀ ਰਹਿ ਕਰਕੇ ਵਾਹਿਗੁਰੂ ਦੇ ਭਜਨ ਵਿੱਚ ਸਦਾ ਨਿਰੰਕਾਰ ਨਾਲ ਜੁੜੇ ਰਹੀਏ। ਪਰ ਮਹਾਰਾਜ ਕਹਿੰਦੇ ਗੁਰ ਪ੍ਰਸਾਦੀ ਮੇਰਾ ਸਹੁ ਮਿਲੈ। ਮੇਰਾ ਸਹੁ ਪਤੀ ਪਰਮਾਤਮਾ ਵਾਹਿਗੁਰੂ ਉਹ ਤਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਏ। ਵਾਰ ਵਾਰ ਹਉ ਜਾਉ ਜਿਉ। ਮਹਾਰਾਜ ਅਸੀਂ ਆਪ ਤੋਂ ਵਾਰਨੇ ਜਾਈਏ, ਬਲਹਾਰ ਕੁਰਬਾਨ ਜਾਈਏ। ਮੈਂ ਬਨਜਾਰਨ ਰਾਮ ਕੇ। ਹਜੂਰ ਕਹਿੰਦੇ ਅਸੀਂ ਤਾਂ ਪਰਮੇਸ਼ਰ ਦੇ ਨਾਮ ਦਾ ਵਣਜ ਕਰਨ ਵਾਲੀ ਵਣਜਾਰਨ ਹਾਂ। ਮਹਾਰਾਜ ਕਹਿੰਦੇ ਨੇ ਅਸੀਂ ਕਾਹਦਾ ਵਪਾਰ ਕਰਦੇ ਹਾਂ? ਪਰਮੇਸ਼ਰ ਦੇ ਵਪਾਰੀ ਹਾਂ ਅਸੀਂ। ਤੇ ਵਪਾਰ ਕਾਹਦਾ ਕਰਦੇ ਆ? ਮਹਾਰਾਜ ਦੱਸਦੇ ਨੇ ਤੇਰਾ ਨਾਮ ਵਖਰ ਵਪਾਰ ਜੇ। ਵਾਹਿਗੁਰੂ ਤੇਰਾ ਨਾਮ ਰੂਪੀ ਜਿਹੜਾ ਵਖਰ ਸੌਦਾ ਹੈ ਨਾ ਇਹੀ ਮਹਾਰਾਜ ਸਾਡਾ ਵਪਾਰ ਹੈ। ਇਹੀ ਲੈਣ ਦੇਣ ਅਸੀਂ ਕਰਦੇ ਆ। ਤੇਰੇ ਨਾਮ ਰੂਪੀ ਵਖਰ ਨੂੰ ਸੌਦੇ ਨੂੰ ਅਸੀਂ ਮਹਾਰਾਜ ਧਾਰਨ ਕੀਤਾ ਹੈ, ਆਪਣੇ ਕੋਲ ਰੱਖਿਆ ਹੈ। ਐਸਾ ਵਣਜ ਮਹਾਰਾਜ ਕਰਨ ਵਾਲੇ ਅਸੀਂ ਵਣਜਾਰੇ ਹਾਂ, ਬਣਜਾਰਨ ਹਾਂ ਮਹਾਰਾਜ। ਮੈਂ ਤੇਰੇ ਨਾਮ ਦੀ ਵਿਸ਼ਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ ਕੋਕਿਲ ਹੋਵਾ ਅੰਬ ਬਸਾਂ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਵਾਹਿਗੁਰੂ ਜੇ ਆਪ ਅੰਬ ਦੇ ਬ੍ਰਿਕਸ਼ ਦੀ ਨਿਆਈ ਹੋ ਤੇ ਮਹਾਰਾਜ ਅਸੀਂ ਕੋਇਲ ਦੀ ਨਿਆਈ ਹੋ ਕਰਕੇ ਆਪ ਦੇ ਬ੍ਰਿਕਸ਼ ਅੰਬ ਰੂਪੀ ਬ੍ਰਿਕਸ਼ ਦੇ ਉੱਪਰ ਵਸਣਾ ਕਰੀਏ। ਜੇ ਆਪ ਅੰਬ ਦਾ ਬ੍ਰਿਕਸ਼ ਹੋਵੋ ਤੇ ਅਸੀਂ ਮਹਾਰਾਜ ਕੋਇਲ ਦੀ ਤਰ੍ਹਾਂ ਤੁਹਾਡੇ ਤੇ, ਕਿਉਂਕਿ ਕੋਇਲਾਂ ਅੰਬਾਂ ਦੇ ਬ੍ਰਿਕਸ਼ਾਂ ਤੇ ਰਹਿੰਦੀਆਂ ਹਨ। ਮਹਾਰਾਜ ਅਸੀਂ ਕੋਇਲ ਦੀ ਨਿਆਈ ਹੋ ਕਰਕੇ ਤੁਹਾਡੇ ਅੰਦਰ ਵਸਣਾ ਕਰੀਏ। ਸਹਿਜ ਸ਼ਬਦ ਵਿਚਾਰ। ਫਿਰ ਸੁਤੇ ਹੀ ਆਪ ਦੇ ਸ਼ਬਦ ਦੀ ਵਿਚਾਰ ਜਿਹੜੀ ਆ ਕਰਨਾ ਕਰੀਏ। ਸਹਿਜ ਸੁਭਾਏ ਮੇਰਾ ਸਹੁ ਮਿਲੈ। ਸੁਤੇ ਸਿੱਧ ਹੀ ਮੇਰਾ ਸਹੁ ਪਤੀ ਵਾਹਿਗੁਰੂ ਜੇ ਕਿਤੇ ਮਿਲ ਪਵੇ। ਦਰਸ਼ਨ ਰੂਪ ਅਪਾਰ। ਫਿਰ ਜਿਹੜਾ ਪਾਰਾਵਾਰ ਤੋਂ ਰਹਿਤ ਦਰਸ਼ਨ ਹੈ ਨਾ ਉਹ ਦਰਸ਼ਨ ਕਰਕੇ ਮਹਾਰਾਜ ਤੇਰਾ ਰੂਪ ਹੀ ਹੋ ਜਾਈਏ, ਤੇਰੇ ਸਰੂਪ ਵਿੱਚ ਹੀ ਅਭੇਦ ਹੋ ਜਾਈਏ। ਇਹ ਮਹਾਰਾਜ ਪ੍ਰੀਤ ਦੀ ਰੀਤ ਸੱਚੇ ਪਾਤਸ਼ਾਹ ਜੀ ਦਿਖਾਉਂਦੇ ਹਨ। ਮਛਲੇ ਹੋਆ ਜਲ ਬਸਾਂ। ਮਹਾਰਾਜ ਜੇ ਆਪ ਜਲ ਰੂਪ ਹੋਵੋ ਤੇ ਮਹਾਰਾਜ ਅਸੀਂ ਮੱਛੀ ਰੂਪ ਹੋ ਕਰਕੇ ਆਪ ਦੇ ਅੰਦਰ ਵਸਣਾ ਕਰੀਏ। ਜੀ ਜੰਤ ਸਭ ਸਾਰ। ਤੇ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਜਿਹੜੇ ਜੀਵ ਜੰਤ ਹੈ ਉਹਨਾਂ ਵਿੱਚ ਆਪ ਦੀ ਜੋਤ ਵੇਖ ਕੇ ਉਹਨਾਂ ਦੀ ਸੰਭਾਲ ਕਰਨਾ ਕਰੀਏ। ਔਰ ਵਾਰ ਪਾਰ ਮੇਰਾ ਸਹੁ ਵਸੈ। ਜਿਵੇਂ ਸਾਧ ਸੰਗਤ ਜੀ ਨਦੀ ਦੇ ਉਰਲੇ ਪਾਸੇ ਵੀ ਜਾਲੀ ਹੁੰਦਾ ਹੈ ਤੇ ਪਰਲੇ ਪਾਸੇ ਵੀ ਜਾਲੀ ਹੁੰਦਾ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹ ਨਿਰੰਕਾਰ ਜਲ ਰੂਪ ਹੈ। ਇਸ ਲੋਕ ਵਿੱਚ ਵੀ ਵਾਹਿਗੁਰੂ ਹੀ ਹੈ ਤੇ ਪਰਲੇ ਕੰਢੇ ਤੇ ਪਰਲੋਕ ਤੇ ਵਾਹਿਗੁਰੂ ਸਹੁ ਮੇਰਾ ਪਤੀ ਆਪ ਹੀ ਵਸਦਾ ਏ।
ਹਾ ਮਿਲਾਂਗੇ ਬਾਹਾਂ ਪਸਾਰ। ਅਸੀਂ ਆਪਣੇ ਜਿਹੜੀ ਹੈ ਨਾ ਮਨ ਰੂਪੀ ਪੁਜਾ ਉਹਨੂੰ ਪਸਾਰ ਕਰਕੇ ਵਾਹਿਗੁਰੂ ਨੂੰ ਮਿਲਣਾ ਕਰੀਏ। ਨਾਗਨ ਹੋਵਾਂ ਧਰ ਵਸਾਂ। ਮਹਾਰਾਜ ਜੇ ਕਰਕੇ ਆਪ ਧਰਤੀ ਰੂਪ ਹੋਵੋ, ਧਰਾ ਰੂਪ ਹੋਵੋ, ਤੇ ਮਹਾਰਾਜ ਅਸੀਂ ਨਾਗਣ ਬਣ ਕਰਕੇ, ਕਿਉਂਕਿ ਜਿਹੜੀਆਂ ਨਾਗਣਾ ਹੁੰਦੀਆਂ ਨਾ ਉਹ ਧਰਤੀ ਵਿੱਚ ਸਾਧ ਸੰਗਤ ਜੀ ਰਹਿੰਦੀਆਂ ਹਨ। ਸੱਪ ਸਾਰੇ ਧਰਤੀ 'ਚ ਰਹਿੰਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਜੀ ਆਪ ਧਰਾ ਰੂਪ ਹੋ, ਧਰਤੀ ਰੂਪ ਹੋ, ਤੇ ਅਸੀਂ ਮਹਾਰਾਜ ਨਾਗਣ ਰੂਪ ਹੋ ਜਾਈਏ ਤੇ ਫਿਰ ਧਰਤੀ ਵਿੱਚ ਹੀ ਵਸੀਏ। ਇਹ ਹੈ ਪ੍ਰੀਤ। ਜੇ ਆਪ ਇਹ ਸਰੂਪ ਹੋ ਤੇ ਮਹਾਰਾਜ ਸਾਨੂੰ ਆਹ ਸਰੂਪ ਬਖਸ਼ ਦਿਓ, ਅਸੀਂ ਤੁਹਾਡੇ ਨਾਲ ਹੀ ਰਹੀਏ, ਤੁਹਾਡੇ ਵਿੱਚ ਹੀ ਰਹੀਏ। ਮਹਾਰਾਜ ਅਸੀਂ ਫਿਰ ਨਾਗਣ ਰੂਪ ਹੋ ਕਰਕੇ ਬ੍ਰਹਮ ਪਰਮੇਸ਼ਰ ਤੁਸੀਂ ਧਰਤੀ ਰੂਪ ਹੋਵੋ ਤੇ ਅਸੀਂ ਤੁਹਾਡੇ ਵਿੱਚ ਵਸਣਾ ਕਰੀਏ। ਸ਼ਬਦ ਵਸੈ ਭਉ ਜਾਏ। ਸ਼ਬਦ ਵਸ ਜਾਵੇ ਆਪ ਦਾ ਉਪਦੇਸ਼ ਤੇ ਮਹਾਰਾਜ ਸਾਡਾ ਭਉ ਨਾਸ਼ ਹੋ ਜਾਵੇ। ਨਾਨਕ ਸਦਾ ਸੁਹਾਗਣੇ। ਮਹਾਰਾਜ ਨੇ ਕਿਹਾ ਉਹ ਸਦਾ ਹੀ ਸੁਹਾਗਣੀਆਂ ਹਨ। ਜਿਨ ਜੋਤੇ ਜੋਤ ਸਮਾਏ। ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪ ਦੀ ਪਰਮ ਜੋਤ ਦੇ ਅੰਦਰ ਸਮਾ ਲਿਆ ਹੈ। ਤੋ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਸਾਧ ਸੰਗਤ ਜੀ ਜੋ ਪਰਮੇਸ਼ਰ ਦੇ ਵਿੱਚ ਪ੍ਰੀਤ ਦੀ ਰੀਤ ਹੈ ਉਹਦੇ ਅੰਤਰੀਵ ਮਹਾਰਾਜ ਬਖਸ਼ਿਸ਼ ਕਰਦੇ ਹਨ। ਹਰਣੇ ਹੋਵਾਂ ਬਨ ਬਸਾਂ। ਬਨ ਦੀ ਨਿਆਈ ਹੈ ਮਹਾਰਾਜ ਜੀ ਦੀ ਸਾਧ ਸੰਗਤ। ਸੱਚੇ ਪਾਤਸ਼ਾਹ ਆਪ ਸਤ ਸੰਗਤ ਦੀ ਨਿਆਈ ਹੋ ਤੇ ਮਹਾਰਾਜ ਸਾਡਾ ਜਿਹੜਾ ਮਨ ਹੈ ਹਰਣੀ ਦੀ ਨਿਆਈ ਕੀ ਹੈ? ਨਿਮਰਤਾ ਧਾਰਨ ਕਰਨੀ। ਨਿਮਰਤਾ ਧਾਰਨ ਕਰਕੇ ਮਹਾਰਾਜ ਅਸੀਂ ਆਪ ਦੇ ਸਤ ਸੰਗਤ ਰੂਪੀ ਬਨ ਦੇ ਅੰਦਰ ਵਸ ਜਾਈਏ। ਕਦੇ ਸਾਡੋ ਮਹਾਰਾਜ ਸੰਗਤ ਨਾ ਛੁੱਟੇ। ਕਿਉਂਕਿ ਜਦੋਂ ਮੱਛੀ ਪਾਣੀ 'ਚ ਰਹਿੰਦੀ ਹੈ ਨਾ, ਇਹ ਪ੍ਰੇਮ ਦਾ ਦ੍ਰਿਸ਼ਟਾਂਤ ਮਹਾਰਾਜ ਦਿੰਦੇ ਹੈ। ਉਹਨੂੰ ਜਲ ਦੀ ਸਾਰ ਨਹੀਂ ਹੁੰਦੀ, ਪਰ ਜਦੋਂ ਜਲ ਤੋਂ ਨਿਕਲਦੀ ਹੈ ਫਿਰ ਉਹਨੂੰ ਪਤਾ ਲੱਗਦਾ ਹੈ ਕਿ ਜਲ ਦਾ ਮਹਾਤਮ ਕੀ ਹੈ। ਤੋ ਇਹ ਸਤਿਗੁਰੂ ਜੀ ਨੇ ਸਾਰੇ ਪ੍ਰਮਾਣ ਧਰ ਕੇ ਪ੍ਰੀਤ ਦਿਖਾਈ ਹੈ ਕਿ ਪ੍ਰੇਮ ਦੇ ਵਿੱਚ ਵਾਹਿਗੁਰੂ ਜੀ ਸਾਖਿਆਤ ਹੁੰਦੇ ਹੈ। ਜੇ ਕਰਕੇ ਕਿ ਇਹ ਆਸ਼ਰਮਾਂ ਦੀ ਬਾਬਤ ਵੀ ਮਹਾਰਾਜ ਸੱਚੇ ਪਾਤਸ਼ਾਹ ਦੱਸਣਗੇ, ਪਰ ਮਹਾਰਾਜ ਕਹਿੰਦੇ ਨੇ ਕਿ ਜੇ ਪਰਮੇਸ਼ਰ ਬਨ ਰੂਪ ਹੋਵੇ ਤੇ ਅਸੀਂ ਹਰਣੀ ਰੂਪ ਹੋ ਜਾਈਏ। ਬਨ ਕੀ ਹੈ? ਮਹਾਰਾਜ ਸਾਹਿਬ ਜੀ ਦੀ ਸਤ ਸੰਗਤ। ਜਿਵੇਂ ਸੰਗਤ ਦੇ ਅੰਦਰ ਸ਼ਾਂਤੀ ਹੁੰਦੀ ਹੈ ਨਾ, ਤੇ ਸਾਧ ਸੰਗਤ ਜੀ ਬਨ ਦੇ ਅੰਦਰ ਵੀ, ਜੰਗਲ ਦੇ ਅੰਦਰ ਵੀ ਸ਼ਾਂਤੀ ਭਾਲਣ ਹੀ ਜਾਂਦੇ ਆ ਨਾ। ਪਰ ਮਹਾਰਾਜ ਨੇ ਕਿਹਾ ਕਿ ਸ਼ਾਂਤੀ ਤਾਂ ਭਾਈ ਗੁਰੂ ਕੀ ਸਾਧ ਸੰਗਤ ਦੇ ਅੰਦਰ ਹੈ। ਮਹਾਰਾਜ ਅਸੀਂ ਹਰਣੀ ਰੂਪ ਹੋ ਕਰਕੇ ਆਪ ਜੀ ਦੇ ਸਤ ਸੰਗਤ ਰੂਪੀ ਬਨ ਦੇ ਅੰਦਰ ਵਸ ਜਾਈਏ। ਕੰਦ ਮੂਲ ਚੁਣ ਖਾਓ। ਕੰਦ ਮੂਲ ਕੀ ਮਹਾਰਾਜ ਰੁੱਖਾ ਮਿੱਸਾ ਖਾ ਕਰਕੇ ਆਪ ਦੀ ਸੰਗਤ ਨਾ ਛੱਡੀਏ। ਕਬੀਰ ਸਾਹਿਬ ਜੀ ਨੇ ਵੀ ਕਿਹਾ ਹੈ ਕਿ ਕਬੀਰ ਸਾਧੂ ਕੀ ਸੰਗਤ ਰਹੋ, ਜਾਉ ਕੀ ਭੂਸੀ ਖਾਓ, ਹੋਨਹਾਰ ਜੋ ਹੋਏ ਹੈ ਸਾਕਤ ਸੰਗ ਨਾ ਜਾਓ। ਕਬੀਰ ਸਾਹਿਬ ਜੀ ਕਹਿੰਦੇ ਹੈ ਕਿ ਜੇ ਸਾਧੂ ਦੀ ਸੰਗਤ ਵਿੱਚ ਰਹੋ ਨਾ, ਭਾਵੇਂ ਸੁੱਕੀ ਰੋਟੀ ਖਾਣ ਨੂੰ ਮਿਲੇ, ਜੋ ਪਰਮੇਸ਼ਰ ਦੇ ਭਾਣੇ ਵਿੱਚ ਹੋਣਾ ਉਹਦੀ ਰਜਾ ਵਿੱਚ ਚੱਲੋ, ਤੇ ਕਦੇ ਭੁੱਲ ਕੇ ਵੀ ਮਾਇਆ ਦੇ ਚਸਕਿਆਂ ਵਾਸਤੇ ਮਨਮੁਖ ਦੀ ਕੁਸੰਗਤ ਵਿੱਚ ਨਾ ਜਾਓ। ਸਰੀਰ ਦੇ ਰਸਾਂ ਨੂੰ ਲੈਣ ਵਾਸਤੇ ਖੋਟੇ ਪੁਰਖਾਂ ਦੀ ਖੋਟੀ ਕੁਸੰਗਤ ਵਿੱਚ ਨਾ ਜਾਓ। ਉੱਥੇ ਸਨਿਗਧ ਪਦਾਰਥ ਤਾਂ ਖਾਣ ਨੂੰ ਮਿਲਣਗੇ, ਪਰ ਜਿਹੜਾ ਪਾਪਾਂ ਦਾ ਭਾਰ ਚੜੇਗਾ ਉਹ ਫਿਰ ਕਿਵੇਂ, ਉਹਦੀ ਸਜ਼ਾ ਕੌਣ ਸਹਾਰੇਗਾ? ਤੈਨੂੰ ਹੀ ਸਹਾਰਨੀ ਪੈਣੀ ਹੈ। ਇਸ ਕਰਕੇ ਕਹਿੰਦੇ ਨੇ ਸਾਧੂ ਕੀ ਸੰਗਤ ਰਹੋ। ਸਾਧੂਆਂ ਦੀ ਸੰਗਤ ਵਿੱਚ ਭਾਈ ਰਹਿਣਾ ਕਰੋ। ਜਿਹੜਾ ਸੰਗਤ ਵਿੱਚ ਰਹਿਣਾ ਨਾ, ਇਹਦੇ ਵਿੱਚ ਰਹਿ ਕਰਕੇ ਕੀ ਹੈ? ਲੰਗਰ ਵਿੱਚ ਰੁੱਖਾ ਮਿੱਸਾ ਖਾਣ ਨੂੰ ਪ੍ਰਾਪਤ ਹੁੰਦਾ ਹੈ। ਆਪ ਦੇ ਰਸਨਾ ਨੂੰ ਸਵਾਦਾਂ ਤੋਂ ਹਟਾ ਕਰਕੇ ਰੁੱਖੇ ਮਿੱਸੇ ਭੋਜਨ ਦੇ ਅੰਦਰ ਫਰੀਦਾ ਰੁੱਖੀ ਮਿੱਸੀ ਖਾਏ ਕਾ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਐਸਾ ਸਿਦਕੀ ਬਣ ਜਾਵੇ। ਕਦੇ ਵੀ ਸਨਿਗਧ ਭੋਜਨਾਂ ਦੇ ਖਾਣ ਦੀ ਇੱਛਾ ਕਰਕੇ ਸੰਗਤ ਨਾ ਛੱਡ ਕੇ ਚਲਿਆ ਜਾਵੇ। ਕਹੇ ਕਿ ਇੱਥੇ ਤਾਂ ਕੀ ਹੈ, ਕੁਛ ਵੀ ਨਹੀਂ, ਸੁੱਕੀ ਰੋਟੀ ਮਿਲਦੀ ਹੈ, ਦਾਲ ਵੀ ਕੀ ਹੈ, ਉਹਨੂੰ ਤੜਕਾ ਨਹੀਂ ਲਾਉਂਦੇ ਹਨ। ਇਸ ਤਰ੍ਹਾਂ ਦੇ ਖਿਆਲ ਕਰਕੇ ਕਈ ਸੰਗਤ ਵਿੱਚ ਰਹਿ ਨਹੀਂ ਪਾਉਂਦੇ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਕੰਦ ਮੂਲ ਚੁਣ ਖਾਓ,
ਕੰਦ ਮੂਲ ਤੋਂ ਭਾਵ ਹੈ ਕਿ ਸਾਦਾ ਭੋਜਨ, ਰੁੱਖਾ ਮਿੱਸਾ ਜਿਹੜਾ ਹੈ ਨਾ, ਕੋਈ ਫਲ ਫੁੱਲ ਖਾਣ ਨੂੰ ਮਿਲ ਜਾਣ, ਰੁੱਖੀ ਮਿੱਸੀ ਖਾਣ ਨੂੰ ਮਿਲ ਜਾਵੇ, ਆਪਣੇ ਪੇਟ ਨੂੰ ਝੁਲਸਾ ਦੇ ਕਰਕੇ ਸੰਗਤ ਵਿੱਚ ਲੱਗੇ ਰਹੋ। ਸੰਗਤ ਨਹੀਂ ਕਦੇ ਛੱਡਣੀ ਚਾਹੀਦੀ, ਕਿਉਂਕਿ ਸੰਗਤ ਅੰਦਰੋਂ ਬਾਹਰੋਂ ਤ੍ਰਿਪਤੀ ਦੇ ਦਿੰਦੀ ਹੈ। ਫਿਰ ਇਸੇ ਕਰਕੇ ਵੇਖ ਲਓ ਕਿੱਡੇ ਕਿੱਡੇ ਸਿਦਕੀ ਪੁਰਖ ਹੋਏ ਐ ਸਾਧ ਸੰਗਤ ਜੀ, ਉਹਨਾਂ ਨੇ ਕਦਾਚਿਤ ਵੀ ਸੰਗਤ ਦਾ ਤਿਆਗ ਨਹੀਂ ਕੀਤਾ। ਚਾਹੇ ਵਸਤਰ ਵੀ ਪਾਉਣ ਨੂੰ ਵਧੀਆ ਨਾ ਮਿਲੇ ਤਾਂ ਵੀ ਸੰਗਤ ਨਹੀਂ ਛੱਡੀ, ਖਾਣ ਨੂੰ ਭੋਜਨ ਵੀ ਚੰਗਾ ਨਾ ਮਿਲਿਆ ਤਾਂ ਵੀ ਸੰਗਤ ਨਾ ਛੱਡੀ, ਤੇ ਫਿਰ ਏਡੇ ਸਿਦਕ ਨਾਲ ਪ੍ਰੀਤ ਦੀ ਰੀਤ ਨੂੰ ਕਮਾਇਆ ਕਿ ਵਾਹਿਗੁਰੂ ਦੇ ਪਿਆਰ ਨੂੰ ਪਾ ਕਰਕੇ ਨਿਹਾਲ ਹੋ ਗਏ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਜਿਹੜਾ ਸਾਹਿਬ ਤੇ ਸੰਕਟ ਪਵੇ ਤੇ ਭੱਜ ਜਾਵੇ, ਉਹਦੀ ਪ੍ਰੀਤ ਤਾਂ ਫਿਰ ਝੂਠੀ ਹੈ ਨਾ। ਸਾਹਿਬ ਸੰਕਟ ਵੈ ਸੇਵਕ ਭੱਜੈ, ਚਿਰੰਕਾਲ ਨਾ ਜੀਵੈ, ਦੋ ਕੁਲ ਲੱਜੈ। ਦੋਵਾਂ ਲੋਕਾਂ ਵਿੱਚ ਹੀ ਫਿਰ ਉਹਨੂੰ ਸਾਧ ਸੰਗਤ ਜੀ ਲੱਜਿਆ ਝੱਲਣੀ ਪੈਂਦੀ ਹੈ, ਉਹਦੀ ਕਲਿਆਣ ਨਹੀਂ ਹੁੰਦੀ। ਇੱਥੇ ਵੀ ਆਪ ਜਸ ਵੈ ਪਰਲੋਕ ਵਿੱਚ ਜਮਾਂ ਦੀ ਮਾਰ ਖਾਣੀ ਪੈਂਦੀ ਹੈ। ਪ੍ਰੀਤ ਵੈ ਜੇ ਸਾਹਿਬ ਦੇ ਉੱਤੇ ਸੰਕਟ ਆਇਆ ਹੈ ਤੇ ਫਿਰ ਉਹ ਸੰਕਟ ਆਪਣਾ ਜਾਣ ਕਰਕੇ ਸਾਹਿਬ ਦੇ ਸੰਕਟ ਨੂੰ ਆਪ ਦੇ ਸਿਰ ਤੇ ਸਹਿ ਜਾਵੇ। ਫਿਰ ਇੱਥੇ ਸੰਸਾਰ ਦੇ ਅੰਦਰ ਉਹਨਾਂ ਨੂੰ ਲੋਕ ਕਹਿੰਦੇ ਆ ਸੂਰਬੀਰ ਹੈ, ਯੋਧਾ ਹੈ, ਭਗਤ ਹੈ, ਮਹਾਂਪੁਰਖ ਹੈ। ਪਰਲੋਕ ਵਿੱਚ ਉਹਨਾਂ ਦੇ ਨਾਮ ਦੇ ਡੰਕੇ ਵੱਜਦੇ ਆ, ਫਿਰ ਜੈ ਜੈਕਾਰ ਹੁੰਦੀ ਹੈ। ਇਹ ਹੈ ਪ੍ਰੀਤ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਨਾਲ ਪ੍ਰੇਮ ਕਮਾਉਣਾ। ਤੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਇਉਂ ਮਹਾਰਾਜ ਆਪ ਦੀ ਸੰਗਤ ਵਿੱਚ ਹੀ ਅਸੀਂ ਰਹੀਏ। ਬਹੁਤ ਸਵਾਦਾ ਹੀ ਭਾਵੇਂ ਸੁੱਕਾ ਹੀ ਭੋਜਨ, ਰੁੱਖਾ ਮਿੱਸਾ ਹੀ ਖਾਣ ਨੂੰ ਮਿਲੇ, ਖਾ ਕਰਕੇ ਆਪ ਦਾ ਭਜਨ ਕਰਦੇ ਰਹੀਏ। ਗੁਰ ਪ੍ਰਸਾਦੇ ਮੇਰਾ ਸਹੁ ਮਿਲੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਫਿਰ ਸਾਡੇ ਤੇ ਪ੍ਰਸਾਦ ਕਿਰਪਾ ਹੋ ਜਾਵੇ ਮਹਾਰਾਜ, ਕਿਉਂਕਿ ਸੰਗਤ ਵਿੱਚ ਹੀ ਤੁਹਾਡੀ ਕਿਰਪਾ ਵਰਤਦੀ ਹੈ। ਜਦੋਂ ਤੁਹਾਡੀ ਕਿਰਪਾ ਮਹਾਰਾਜ ਸਾਡੇ ਤੇ ਹੋਵੇਗੀ, ਫਿਰ ਸਾਨੂੰ ਸਭ ਪਤੀ ਪਰਮੇਸ਼ਰ ਦਾ ਮਿਲਾਪ ਹੋ ਜਾਵੇਗਾ, ਵਾਹਿਗੁਰੂ ਦੀ ਪ੍ਰਾਪਤੀ ਮਹਾਰਾਜ ਸਾਨੂੰ ਹੋ ਜਾਵੇਗੀ। ਵਾਰ ਵਾਰ ਹਾਂ ਜਾਓ ਜਿਉ। ਮਹਾਰਾਜ ਇੱਕ ਵਾਰ ਨਹੀਂ, ਬਾਰ ਬਾਰ ਜਨਮ ਲੈ ਕੇ ਜਨਮ ਤੇ ਜਨਮ ਆਪ ਤੋਂ ਵਾਰ ਨੇ ਕਰ ਦਈਏ, ਕੁਰਬਾਨ ਕਰ ਦਈਏ। ਇਹ ਪ੍ਰੇਮ ਮੈਂ ਜਿਹੜਾ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਨਾ, ਉਹ ਫਿਰ ਉਹ ਹੁੰਦਾ ਹੈ ਕਿ ਮਹਾਰਾਜ ਹੁਣ ਮੈਨੂੰ ਮੁਕਤ ਕਰ ਦਿਓ। ਤੇ ਜਿਹੜੀ ਪ੍ਰੀਤ ਦੀ ਰੀਤ ਹੈ ਉਹ ਕਹਿੰਦੇ ਆ ਮਹਾਰਾਜ ਜਿੱਥੇ ਆਪ ਹੋਵੋ ਉੱਥੇ ਹੀ ਰਹੀਏ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਕਿਸੇ ਦਾ ਪਿਆਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੇਖਦੇ ਤੇ ਪੁੱਛਦੇ, ਭਾਈ ਸਿੰਘਾ ਤੇਰੀ ਕੀ ਇੱਛਾ ਹੈ? ਤੇ ਉਹ ਹੱਥ ਜੋੜ ਕੇ ਕਹਿਣਾ, ਮਹਾਰਾਜ ਜਿੱਥੇ ਹੋਵੋ ਉੱਥੇ ਕੋਲ ਰੱਖੋ, ਇਹ ਹੀ ਇੱਛਾ ਹੈ। ਮਹਾਰਾਜ ਕਹਿੰਦੇ ਜੇ ਅਸੀਂ ਅਵਤਾਰ ਧਾਰ ਕੇ ਆਈਏ ਸੰਸਾਰ ਤੇ ਤਾਂ ਮਹਾਰਾਜ ਨਾਲ ਹੀ ਲੈ ਕੇ ਆਓ। ਮਹਾਰਾਜ ਜੇ ਸਤਿਗੁਰੂ ਕਹਿੰਦੇ ਜੇ ਅਸੀਂ ਆਪਣੇ ਨਿਜ ਸਰੂਪ ਵਿੱਚ ਸਮਾਏ ਰਹੀਏ ਤੇ ਮਹਾਰਾਜ ਉੱਥੇ ਸਾਨੂੰ ਵੀ ਅਭੇਦ ਹੀ ਰੱਖੋ, ਤੁਹਾਡੇ ਨਾਲ ਹੀ ਰਹੀਏ। ਇਹ ਪ੍ਰੇਮ ਹੈ ਸੱਚੇ ਪਾਤਸ਼ਾਹ ਜੀ ਦੇ ਨਾਲ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਲੋਹਗੜ੍ਹ ਦੇ ਕਿਲੇ ਤੇ ਸਤਿਗੁਰੂ ਜੀ ਗਏ ਸੀ, ਜਦੋਂ ਮੋਰਚੇ ਦੇ ਵਿੱਚ ਸਿੱਖ ਸ਼ਹੀਦ ਹੋਏ ਸੀਗੇ, ਉਹ ਸਹਿਕ ਦੇ ਸਿੱਖਾਂ ਕੋਲ ਜਦੋਂ ਮਹਾਰਾਜ ਗਏ ਨਾ, ਉੱਥੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਆਖਰੀ ਸਵਾਸ ਸੀ, ਉਹਨਾਂ ਨੇਤਰ ਖੋਲੇ ਆ, ਕੁਝ ਸ਼ਹੀਦ ਹੋਏ ਪਏ ਆ। ਮਹਾਰਾਜ ਨੇ ਕਿਹਾ, ਸਿੱਖਾ ਵੀ ਦੱਸ ਤੈਨੂੰ ਕੀ ਚਾਹੀਦਾ, ਮੰਗ ਜੋ ਤੇਰੀ ਇੱਛਾ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਆਪਣੀ ਰਸਨਾ ਤੋਂ ਕਹਿੰਦੇ ਆ, ਚਾਹੇ ਚਿਰੰਜੀਵੀ ਕਰ ਦੇਣ, ਚਾਹੇ ਸਵਰਗਾਂ ਦਾ ਰਾਜ ਲੈ ਲੇ, ਜੋ ਮਰਜੀ ਮੰਗ ਲੈ। ਸਤਿਗੁਰੂ ਜੀ ਸਮਰੱਥ ਆਪ ਪੁੱਛ ਰਹੇ, ਦੱਸ ਸਿੱਖਾ ਕੀ ਚਾਹੀਦਾ? ਤੇ ਉਹ ਹੱਥ ਜੋੜ ਕੇ ਸਿੱਖ ਨੇ ਆਖਿਆ, ਮਹਾਰਾਜ ਜਿੱਥੇ ਆਪ ਹੋਵੋ ਉੱਥੇ ਸਾਨੂੰ ਕੋਲ ਰੱਖਿਓ ਸਦਾ। ਮਹਾਰਾਜ ਜੇ ਆਪ ਅਵਤਾਰ ਧਾਰ ਕੇ ਧਰਤੀ ਤੇ ਆਓ ਤਾਂ ਮਹਾਰਾਜ ਅਸੀਂ ਤੁਹਾਡੇ ਨਾਲ ਹੀ ਰਹੀਏ। ਸਤਿਗੁਰਾਂ ਜੀ ਨੇ ਆਖਿਆ, ਅੱਛਾ ਅਸੀਂ ਅਜੇ 10 ਸਰੂਪ ਧਾਰਨ ਕਰਨੇ ਐ ਤੇ ਤੁਸੀਂ ਹੁਣ ਸਾਡੇ ਨਿਜ ਸਰੂਪ ਵਿੱਚ ਸਮਾਏ ਰਹੋ। ਫਿਰ ਮਹਾਰਾਜ ਨੇ ਕਿਹਾ, 10ਵੇਂ ਜਾਮੇ ਵਿੱਚ ਅਸੀਂ ਜਦੋਂ ਕੌਤਕ ਕਰਨੇ ਆ ਉਦੋਂ ਫਿਰ ਤੁਸੀਂ ਵੀਰ ਗਤੀ ਨੂੰ ਪ੍ਰਾਪਤ ਕਰੋਗੇ। ਜਨਮ ਲੈ ਕੇ ਮਹਾਰਾਜ ਕਹਿੰਦੇ ਰਣ ਤੱਤੇ ਵਿੱਚ ਸ਼ਹੀਦ ਹੋਵੋਗੇ ਸਾਡੇ ਕੋਲ ਰਹਿ ਕਰਕੇ, ਫਿਰ ਅਸੀਂ ਆਪਣੇ ਨਿਜ ਸਰੂਪ ਵਿੱਚ ਤੁਹਾਨੂੰ ਅਭੇਦ ਕਰ ਲਾਂਗੇ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਪ੍ਰੇਮ ਵੇਖ ਕੇ ਸਿੱਖਾਂ ਦਾ, ਉਹ ਕਹਿੰਦੇ ਮਹਾਰਾਜ ਮੁਕਤ ਬੱਪੜੀ ਵੀ ਗਿਆਨੀ ਤਿਆਗੇ। ਐਡਾ ਗਿਆਨ ਉਹਨਾਂ ਦਾ ਦ੍ਰਿੜ ਹੋ ਜਾਂਦਾ ਹੈ
ਕਹਿੰਦੇ ਮੁਕਤ ਵੀ ਕੀ ਕਰਨੀ ਹੈ, ਮਹਾਰਾਜ ਦੇ ਨਾਲ ਪਿਆਰ ਇੰਨਾ ਪੈ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਆ, ਵਾਰ ਵਾਰ ਹਉ ਜਾਉ ਜਿਉ। ਮਹਾਰਾਜ ਵਾਰ ਵਾਰ ਜਨਮ ਲੈ ਲੈ ਕੇ ਆਪ ਤੋਂ ਵਾਰ ਨੇ ਕਰ ਦਈਏ। ਇੱਕ ਜਨਮ ਨਹੀਂ, ਜਿੰਨੇ ਵੀ ਜਨਮ ਆਪ ਬਖਸ਼ੋ ਮਹਾਰਾਜ ਤੁਹਾਡੇ ਕੋਲ ਹੀ ਰਹੀਏ, ਤੁਹਾਡੇ ਨਾਲ ਹੀ ਰਹੀਏ, ਸੰਗਤ ਵਿੱਚ ਰਹੀਏ, ਸੇਵਾ ਕਰਦੇ ਰਹੀਏ, ਆਪ ਦਾ ਪ੍ਰੀਤ ਨਾਲ ਨਾਮ ਜਪਦੇ ਰਹੀਏ। ਇਉਂ ਮਹਾਰਾਜ ਬਾਰ-ਬਾਰ ਜਿਹੜੇ ਜਨਮ ਹਨ ਲੈ ਲੈ ਕੇ ਆਪ ਤੋਂ ਵਾਰ ਨੇ ਕੁਰਬਾਨ ਕਰ ਦਈਏ। ਮੈਂ ਬਨਜਾਰਨ ਰਾਮ ਕੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਅਸੀਂ ਤਾਂ ਪਰਮੇਸ਼ਰ ਦੇ ਨਾਮ ਦੇ ਵਣਜ ਕਰਨ ਵਾਲੇ ਵਣਜਾਰੇ ਹਾਂ। ਐਸੀ ਬਨਜਾਰਨ ਹਾਂ ਕਿ ਅਸੀਂ ਪਰਮੇਸ਼ਰ ਦੇ ਨਾਮ ਦਾ ਵਪਾਰ ਕਰਦੇ ਆਂ। ਤੇਰਾ ਨਾਮ ਵਖਰ ਵਪਾਰ ਜੇ। ਹੇ ਵਾਹਿਗੁਰੂ, ਤੇਰਾ ਨਾਮ ਵਖਰ ਸੌਦੇ ਰੂਪ ਵਿੱਚ ਹੈ ਸਾਡੇ ਕੋਲ। ਇਹਦਾ ਵਪਾਰ ਕੀ ਕਰਦੇ ਆਂ? ਜਿਹੜਾ ਆਪ ਜਪਣਾ ਤੇ ਦੂਸਰੇ ਨੂੰ ਜਪਾਉਣਾ। ਇਹ ਸਾਧ ਸੰਗਤ ਜੀ ਸਤਿਗੁਰਾਂ ਜੀ ਨੇ ਵਪਾਰ ਕੀਤਾ ਆਪ ਆ ਕਰਕੇ ਸੰਸਾਰ ਦੇ ਅੰਦਰ, ਤਾਈਆਂ ਤਾਂ ਜਗਤ ਦਾ ਭਲਾ ਹੋਇਆ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਨਾਮ ਦਾ ਸੌਦਾ ਦਿੱਤਾ ਜੀਆਂ ਨੂੰ, ਕਿਰਪਾ ਕੀਤੀ, ਨਾਮ ਦਾ ਛੱਟਾ ਦੇ ਕਰਕੇ ਜੀਵਾਂ ਨੂੰ ਨਿਹਾਲ ਕੀਤਾ। ਇਹ ਸਤਿਗੁਰੂ ਜੀ ਕਹਿੰਦੇ ਗੁਰਸਿੱਖ ਭਾਈ ਉਹਨੂੰ ਪ੍ਰੀਤ ਦੀ ਰੀਤ ਵਿੱਚ ਨਾਮ ਦਾ ਵਪਾਰ ਕਰਨਾ ਚਾਹੀਦਾ। ਜਿਹੜਾ ਹੈ ਮਹਾਰਾਜ ਨੇ ਕਿਹਾ ਕਿ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਇਹ ਲੈਣ ਦੇਣ ਹੈ। ਆਪ ਬਾਣੀ ਪੜ੍ਹਦਾ ਰਹੇ, ਨਾਮ ਜਪਦਾ ਰਹੇ। ਜਿਹੜਾ ਕੋਈ ਸੰਗੀ ਹੈ ਉਹਨੂੰ ਵੀ ਨਾਮ ਦੇ ਜਪਣ ਵਿੱਚ ਲਾਵੇ। ਪਰ ਅੱਜ ਕੱਲ ਕੀ ਹੈ, ਜਿਹੜੇ ਸੰਗੀ ਹੁੰਦੇ ਆ ਉਹ ਸਾਧ ਸੰਗਤ ਜੀ ਭਜਨ ਨਹੀਂ ਕਰਦੇ ਤੇ ਉਹ ਬਦਫੈਲੀਆਂ ਕਰਦੇ ਆ। ਤੇ ਉਹ ਕੀ ਹੈ ਕਿ ਜਿਹੜਾ ਕੋਈ ਸੰਤ ਹੈ, ਮਹਾਂਪੁਰਖ ਹੈ, ਉਹ ਸਾਰੀ ਫਿਰ ਗੱਲ ਤਾਂ ਜ਼ਿੰਮੇਵਾਰੀ ਤਾਂ ਉਹਦੀ ਹੈ ਨਾ। ਜੇ ਉਹਦੇ ਸੰਗੀ ਭਜਨ ਨਾ ਕਰਨ ਤਾਂ ਜਿੱਥੇ ਆਪ ਭਜਨ ਕਰਦਾ ਸੰਗੀਆਂ ਨੂੰ ਵੀ ਭਜਨ ਵਿੱਚ ਲਾਵੇ। ਤੇ ਜੇ ਸੰਗੀ ਭਜਨ ਨਹੀਂ ਕਰਦੇ ਤੇ ਫਿਰ ਬਾਹਰ ਉਸਨੇ ਭਜਨ ਕਿਸੇ ਕੋਲੋਂ ਕੀ ਕਰਵਾਉਣਾ ਹੈ, ਜੇ ਕੋਲ ਰਹਿੰਦੇ ਹੀ ਭਜਨ ਨਹੀਂ ਕਰਦੇ ਤਾਂ। ਇਸ ਕਰਕੇ ਆਪ ਦੇ ਸੰਗੀਆਂ ਨੂੰ ਅੰਮ੍ਰਿਤ ਵੇਲੇ ਉੱਠਣ ਦਾ ਨਿਯਮ ਪਕਾਉਣਾ ਤੇ ਨਾਮ ਆਪ ਜਪਣਾ ਤੇ ਉਹਨਾਂ ਨੂੰ ਜਪਾਉਣਾ। ਜੇ ਕਰਕੇ ਕੋਈ ਨਹੀਂ ਜਪਦਾ ਤੇ ਉਹਨੂੰ ਫਿਰ ਕਹਿਣਾ ਭਾਈ ਅਸੀਂ ਤਾਂ ਤੈਨੂੰ ਨਾਲ ਨਹੀਂ ਰੱਖ ਸਕਦੇ, ਤੈਨੂੰ ਇਹ ਨਾਮ ਜਪਣਾ ਚੰਗਾ ਨਹੀਂ ਲੱਗਦਾ, ਸੰਗਤ ਕਰਨੀ ਚੰਗੀ ਨਹੀਂ ਲੱਗਦੀ, ਤੂੰ ਆਪਦੇ ਘਰ ਨੂੰ ਹੀ ਚਲਿਆ ਜਾ। ਉਹਨੂੰ ਕਦਾ ਵੀ ਸਤਿਪੁਰਸ਼ ਆਪਣੇ ਨਾਲ ਨਹੀਂ ਰੱਖਦੇ, ਕਿਉਂਕਿ ਜਾਣਦੇ ਕਿ ਕਰਮਾਂ ਦੀ ਗੱਲ ਹੈ, ਜਿਸ ਕਰਕੇ ਕਿ ਨਾਮ ਵਿੱਚ ਇਹਦਾ ਚਿੱਤ ਨਹੀਂ ਲੱਗਦਾ, ਹੋਰਨਾਂ ਨੂੰ ਵੀ ਬੇਮੁਖ ਕਰੇਗਾ। ਇਸ ਕਰਕੇ ਉਹਨੂੰ ਫਿਰ ਉਹ ਤੋਰ ਹੀ ਦਿੰਦੇ, ਕਿਉਂਕਿ ਜੇ ਤੂੰ ਸੰਗਤ ਨਹੀਂ ਕਰ ਸਕਦਾ ਤਾਂ ਫਿਰ ਇੱਥੇ ਰਹਿ ਕੇ ਕੀ ਕਰਨਾ। ਖੀਰ ਖਾਣੇ ਸਾਧ ਵਾਂਗ ਜੇ ਪਦਾਰਥ ਹੋਰ ਸੰਗਤ ਦੇ ਖਾਈ ਜਾਵੇ ਸਗੋਂ ਮਤ ਭ੍ਰਸ਼ਟ ਹੋ ਜਾਂਦੀ ਹੈ ਜੇ ਭਜਨ ਨਾ ਕਰੇ ਤਾਂ। ਇਸ ਕਰਕੇ ਵਪਾਰ ਕਰਨਾ ਉਹਨਾਂ ਦਾ ਪਹਿਲਾ ਸੁਭਾਅ ਹੈ। ਆਪ ਜਪਦੇ ਐ, ਸੰਗੀਆਂ ਨੂੰ ਜਪਾਉਂਦੇ ਐ। ਸੱਚੇ ਪਾਤਸ਼ਾਹ ਜੀ ਕਹਿੰਦੇ ਮਹਾਰਾਜ ਹੈ ਨਿਰੰਕਾਰ, ਮੈਂ ਤਾਂ ਵਣਜਾਰ ਹਾਂ, ਵਪਾਰ ਕਰਨ ਵਾਲੀ। ਸਾਡੇ ਕੋਲ ਵੱਖਰ ਸੌਦਾ ਕੀ ਹੈ? ਆਪਦੇ ਨਾਮ ਦਾ ਹੀ ਸੌਦਾ ਹੈ। ਸਾਡੇ ਘਰ ਦੇ ਅੰਦਰ ਲੈਣ ਦੇਣ ਕੀ ਹੈ? ਨਾਮ ਦਾ ਹੀ ਲੈਣ ਦੇਣ ਹੈ। ਆਓ ਜੇ ਸਾਡੇ ਕੋਲੋਂ ਲੈਣਾ ਤਾਂ ਭਾਈ ਗੁਰੂ ਸਾਹਿਬ ਕਹਿੰਦੇ ਆ ਨਾਮ ਦਾ ਪਦਾਰਥ ਲਓ, ਸੰਗਤ ਕਰੋ, ਕੀਰਤਨ ਸੁਣੋ, ਕਥਾ ਸੁਣੋ। ਇਹੀ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡੇ ਘਰ ਦੇ ਅੰਦਰ ਵਪਾਰ ਵੈ। ਗੁਰਸਿੱਖ ਇਹੀ ਵਪਾਰ ਕਰਦੇ ਆ ਵਣਜਾਰੇ ਬਣ ਕਰਕੇ। ਵਣਜਾਰਨ ਹੁੰਦਾ, ਵਣਜਾਰਾ ਹੁੰਦਾ ਖਰੀਦਣ ਵਾਲਾ। ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਨਾਮ ਦੇ ਹੀ ਖਰੀਦਦਾਰ ਹਾਂ। ਤੇ ਜਿਹੜੇ ਗੁਰਸਿੱਖ ਸਤਿਗੁਰੂ ਜੀ ਦੇ ਅੱਗੇ ਸਾਧ ਸੰਗਤ ਜੀ ਸੇਵਾ ਭਾਵਨਾ ਧਾਰ ਕਰਕੇ ਮਹਾਰਾਜ ਦੇ ਕੋਲੋਂ ਫਿਰ ਆਪਣੇ ਤਨ ਮਨ ਧਨ ਦੇ ਵੱਟੇ ਖਰੀਦ ਲੈਂਦੇ ਆ, ਨਾਮ ਦਾ ਸੌਦਾ ਮਹਾਰਾਜ ਕੋਲ ਵੇਚ ਦਿੰਦੇ ਆਪ ਦਾ ਤਨ ਮਨ ਧਨ। ਤੇ ਫਿਰ ਮਹਾਰਾਜ ਉਹਨਾਂ ਨੂੰ ਇਹ ਨਾਮ ਦਾ ਵੱਖਰ ਦਿੰਦੇ ਆ। ਵਣਜਾਰੇ ਬਣ ਕਰਕੇ, ਖਰੀਦਦਾਰ ਬਣ ਕਰਕੇ ਜਿਹੜੇ ਖਰੀਦਦੇ ਆ ਉਹ ਗੁਰੂ ਸਾਹਿਬ ਦੇ ਕੋਲੋਂ ਨਾਮ ਦਾ ਸੌਦਾ ਪ੍ਰਾਪਤ ਕਰਕੇ ਨਿਹਾਲ ਹੁੰਦੇ ਆ। ਤੇਰਾ ਨਾਮ ਵਖਰ ਵਪਾਰ ਜੇ। ਜਿਹੜੇ ਨਾਮ ਦਾ ਵਣਜ ਕਰਦੇ ਆ ਮਹਾਰਾਜ ਉਹਨਾਂ ਕੋਲ ਤਾਂ ਆਪਦੇ ਨਾਮ ਦਾ ਹੀ ਵੱਖਰ ਜਿਹੜਾ ਹੈ ਨਾ ਸੌਦਾ ਵਪਾਰ ਕਰਨ ਵਾਸਤੇ ਹੈ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਹੋ
ਕਿਲ ਹੋਆ ਅੰਬ ਬਸਾਂ। ਮਹਾਰਾਜ ਜਿਹੜੇ ਮਹਾਤਮਾ ਹਨ ਨਾ, ਇਹ ਅੰਬ ਦੀ ਨਿਆਈ ਹਨ, ਮਹਾਪੁਰਸ਼। ਕਿਉਂਕਿ ਜਿਵੇਂ ਰੁੱਖ ਦੀ ਸੰਘਣੀ ਛਾਂ ਹੁੰਦੀ ਅੰਬ ਦੇ ਰੁੱਖ ਦੀ, ਇਵੇਂ ਮਹਾਤਮਾ ਕੋਲ ਸ਼ਾਂਤੀ ਰੂਪੀ ਛਾਂ ਹੁੰਦੀ ਹੈ। ਜਿਵੇਂ ਅੰਬ ਦਾ ਫਲ ਰਸਿਆ ਹੁੰਦਾ ਹੈ ਨਾ, ਉਹ ਬ੍ਰਹਮ ਗਿਆਨ ਦੇ ਅੰਦਰ ਰਸੇ ਹੁੰਦੇ ਆ ਸਾਧ ਸੰਗਤ ਜੀ। ਤੇ ਇਸ ਪ੍ਰਕਾਰ ਕੋਕਲ ਦੀ ਤਰ੍ਹਾਂ ਜਗਿਆਸੂ ਬਣ ਕਰਕੇ ਮਹਾਤਮਾ ਦੀ ਸੰਗਤ ਵਿੱਚ ਮਹਾਰਾਜ ਅਸੀਂ ਬਸ ਜਾਈਏ, ਜਿਨ੍ਹਾਂ ਨੂੰ ਆਪ ਦੇ ਨਾਮ ਦਾ ਰਸ ਪ੍ਰਾਪਤ ਹੋ ਗਿਆ, ਅੰਬ ਵਾਂਗ ਜਿਨ੍ਹਾਂ ਦਾ ਜੀਵਨ ਰਸਿਆ ਹੋਇਆ ਹੈ। ਤੇ ਜਾਂ ਫਿਰ ਮਹਾਰਾਜ ਜਿਨ੍ਹਾਂ ਦੀ ਰਸਨਾ ਕੋਇਲ ਵਰਗੀ ਬੈਰਾਗੀ ਹੈ, ਬੈਰਾਗ ਦੇ ਵਚਨ ਆਪਣੇ ਮੁਖ ਤੋਂ ਬੋਲਦੇ ਐ। ਏਡੀ ਕਮਾਈ ਹੁੰਦੀ ਹੈ, ਬਚਨ ਥੋੜਾ ਹੀ ਮੁਖ ਤੋਂ ਬੋਲਣ ਤੇ ਜੀਆਂ ਤੇ ਬਹੁਤਾ ਅਸਰ ਹੁੰਦਾ ਹੈ। ਇੰਨਾ ਬੈਰਾਗ ਭਰਿਆ ਹੁੰਦਾ ਉਹਨਾਂ ਦੇ ਬੋਲਾਂ ਦੇ ਅੰਦਰ। ਐਸੀ ਮਹਾਰਾਜ ਕਹਿੰਦੇ ਮਹਾਤਮਾ ਦੀ ਜਿਹੜੀ ਸੰਗਤ ਹੈ, ਉਹਦੇ ਅੰਦਰ ਜਿਹੜਾ ਵਸਣਾ ਹੈ ਨਾ, ਫਿਰ ਸਾਧ ਸੰਗਤ ਜੀ ਔਗੁਣਾਂ ਤੋਂ ਬਚਾ ਰਹਿੰਦਾ ਹੈ। ਉਹ ਕਿਵੇਂ? ਜਿਵੇਂ ਵੇਖੋ ਵੱਡੇ ਬ੍ਰਿਕਸ਼ ਦੇ ਥੱਲੇ ਛੋਟਾ ਬ੍ਰਿਕਸ਼ ਹੋਵੇ ਨਾ, ਤੇ ਉਹ ਬਚਿਆ ਰਹਿੰਦਾ ਹੈ ਮੀਂਹ ਕਣੀ ਤੋਂ ਵੀ, ਹੋਰ ਜਿਹੜੀਆਂ ਆਫਤਾਂ ਤੋਂ ਵੀ ਉਹਦਾ ਬਚਾਅ ਰਹਿੰਦਾ ਹੈ। ਇਸੇ ਤਰ੍ਹਾਂ ਜਿਹੜਾ ਮਹਾਤਮਾ ਦੀ ਸੰਗਤ ਵਿੱਚ ਰਹਿਣਾ ਨਾ, ਇਹ ਔਗੁਣਾਂ ਤੋਂ ਬਚਾਅ ਰਹਿੰਦਾ ਹੈ। ਇਸੇ ਕਰਕੇ ਕਿਹਾ ਕਿ ਸਤਿਪੁਰਸ਼ਾਂ ਦੀ ਜਿਹੜੀ ਹੈ ਉਹ ਸੰਗਤ ਕਰਨੀ ਚਾਹੀਦੀ ਹੈ। ਮਹਾਰਾਜ ਜਗਿਆਸੂ ਬਣ ਕੇ ਕੋਇਲ ਦੀ ਤਰ੍ਹਾਂ ਅਸੀਂ ਮਹਾਤਮਾ ਰੂਪੀ ਮਹਾਰਾਜ ਜਿਹੜੇ ਬ੍ਰਹਮ ਗਿਆਨ ਦੇ ਅੰਬ ਵਾਂਗ ਰਸੇ ਹੋਏ ਹੈ, ਉਹਨਾਂ ਦੀ ਸੰਗਤ ਵਿੱਚ ਮਹਾਰਾਜ ਰਹਿਣਾ ਕਰੀਏ। ਸਹਿਜ ਸ਼ਬਦ ਵਿਚਾਰ। ਫਿਰ ਉੱਥੇ ਰਹਿ ਕਰਕੇ ਕੀ ਕਰੀਏ? ਮਹਾਤਮਾ ਦੀ ਸੰਗਤ ਵਿੱਚ ਸਹਿਜ ਸ਼ਾਂਤੀ ਪੂਰਵਕ ਮਹਾਰਾਜ ਆਪ ਜੀ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਨਾ ਕਰੀਏ। ਮਹਾਤਮਾ ਦੀ ਸੰਗਤ ਵਿੱਚ ਕੀ ਹੁੰਦਾ ਹੈ? ਨਾਮ ਹੀ ਹੁੰਦਾ ਹਰ ਵੇਲੇ। ਤੇ ਉਹ ਨਾਮ ਬਹੁਤ ਤਰੀਕਿਆਂ ਨਾਲ ਭਜਨ ਹੀ ਕਰਾਉਂਦੇ ਆ, ਆਪ ਵੀ ਭਜਨ 'ਚ ਜੁੜਦੇ ਆ। ਜਿਵੇਂ ਵਪਾਰ ਦਾ ਦ੍ਰਿਸ਼ਟਾਂਤ ਮਹਾਰਾਜ ਦਿੱਤਾ ਹੈ, ਉੱਥੇ ਕੀ ਕਰੀਏ? ਸਹਿਜ ਸ਼ਬਦ ਵਿਚਾਰ, ਜਿਹੜੀ ਸ਼ਾਂਤੀ ਪੂਰਵਕ ਸ਼ਬਦ ਦੀ ਵਿਚਾਰ ਕਰੀਏ। ਪਰ ਅੱਜ ਕੱਲ ਤਾਂ ਝਗੜੇ ਕਰਨੀ ਮਹਾਤਮਾ ਦੇ ਕੋਲ ਚਲੇ ਜਾਂਦੇ ਆ ਕਿ ਉਹਨੂੰ ਜ਼ਿਆਦੇ ਪਦਾਰਥ ਕਿਉਂ ਮਿਲੇ ਐ, ਮੈਨੂੰ ਘੱਟ ਕਿਉਂ ਮਿਲੇ ਐ। ਕੋਈ ਸੰਤੋਖੀ ਚਿੱਤ ਹੈ ਹੀ ਨਹੀਂ। ਜਿੰਨੀ ਮਾਇਆ ਅੱਜ ਮਹਾਤਮਾਵਾਂ ਦੇ ਕੋਲ ਵਰਤ ਰਹੀ ਹੈ, ਉਹ ਸਾਧ ਸੰਗਤ ਜੀ ਬਾਹਲਾ ਹੀ ਉੱਥੇ ਜ਼ਿਆਦਾ ਇਸ ਤਰ੍ਹਾਂ ਦਾ ਕੋਈ ਸੰਤੋਖੀ ਚਿੱਤ ਰੱਖ ਕੇ ਭਜਨ ਕਰਦਾ ਹੀ ਨਹੀਂ ਹੈ। ਮਹਾਤਮਾ ਦੀ ਸੰਗਤ ਵਿੱਚ ਲਾਹਾ ਲੈਣਾ ਚਾਹੀਦਾ। ਜੇ ਕਰਕੇ ਮਾਇਆ ਹੀ ਵਰਤੀ ਰਹੇ ਨਾ, ਤੇ ਫਿਰ ਸ਼ਬਦ ਦੀ ਵਿਚਾਰ ਕਿੱਥੋਂ ਕਰ ਸਕਣੀ ਹੈ? ਸ਼ਬਦ ਦੀ ਵਿਚਾਰ ਨਹੀਂ ਹੁੰਦੀ। ਮਹਾਤਮਾ ਦਾ ਸੁਭਾਅ ਹੁੰਦਾ ਹੈ ਨਾਮ ਹੀ ਸੁਣਨਾ ਤੇ ਨਾਮ ਹੀ ਜਪਣਾ, ਨਾਮ ਦੀ ਮਹਿਮਾ ਹੀ ਕਰਨੀ। ਉਹ ਕੋਈ ਹੋਰ ਗੱਲ ਨਹੀਂ ਆਪਣੇ ਮੁਖ ਤੋਂ ਕਰਨੀ ਪਸੰਦ ਕਰਦੇ। ਜੇ ਕਰਕੇ ਕੋਈ ਤੰਗ ਪਰੇਸ਼ਾਨ ਕਰੇ ਨਾ, ਤੇ ਉਹ ਫਿਰ ਸਾਰੇ ਦਾ ਸਾਰਾ ਸਭ ਕੁਝ ਹੀ ਪਸਾਰਾ ਛੱਡ ਕੇ ਹੀ ਆਪ ਪਾਸੇ ਹੀ ਹਟ ਜਾਂਦੇ। ਕਿਉਂਕਿ ਜਿਸ ਪਸਾਰੇ ਕਰਕੇ ਭਜਨ ਤੋਂ ਚਿੱਤ ਟੁੱਟਦਾ ਹੋਵੇ, ਕੀ ਕਰਨਾ ਉਸ ਪਸਾਰੇ ਨੂੰ? ਇਸ ਕਰਕੇ ਉਹ ਤਾਂ ਸੰਤੋਖੀ ਰਹਿ ਕਰਕੇ ਮਹਾਰਾਜ ਦੇ ਪ੍ਰੇਮ ਵਿੱਚ ਆਪਣੇ ਮਨ ਨੂੰ ਲਾ ਕਰਕੇ ਇਹੋ ਜਿਹਾ ਹੀ ਤਿਆਗ ਰੱਖਦੇ ਐ ਕਿ ਮਨ ਕਰਕੇ ਕਦੇ ਪਕੜ ਨਹੀਂ ਕਰਦੇ, ਵਾਹਿਗੁਰੂ ਦਾ ਭਜਨ ਕਰਦੇ ਐ। ਤੋ ਹਜੂਰ ਫਰਮਾਉਂਦੇ ਹਨ, ਸਹਿਜ ਸ਼ਬਦ ਵਿਚਾਰ। ਸਹਿਜ ਮਹਾਰਾਜ ਕਹਿੰਦੇ ਸ਼ਾਂਤੀ ਪੂਰਵਕ ਜਿਹੜੀ ਹੈ ਨਾ, ਉਹ ਸ਼ਬਦ ਦੀ ਵਿਚਾਰ ਮਹਾਰਾਜ ਅਸੀਂ ਮਹਾਤਮਾ ਦੀ ਸੰਗਤ ਵਿੱਚ ਫਿਰ ਕਰਨਾ ਕਰੀਏ। ਸਹਿਜ ਸੁਭਾਏ ਮੇਰਾ ਸਹ ਮਿਲੈ। ਜਦੋਂ ਫਿਰ ਇਉਂ ਸ਼ਾਂਤੀ ਪੂਰਵਕ ਸ਼ਬਦ ਦੀ ਵਿਚਾਰ ਕਰੀਏ, ਤੇ ਫਿਰ ਸਾਧ ਸੰਗਤ ਜੀ ਸਹਿਜ ਗਿਆਨ ਪ੍ਰਗਟ ਹੁੰਦਾ ਹੈ। ਸੋ ਭਾਏ ਸ੍ਰੇਸ਼ਟ ਪ੍ਰੇਮ ਉਤਪਨ ਹੋ ਜਾਂਦਾ ਹੈ। ਤੇ ਸ੍ਰੇਸ਼ਟ ਪ੍ਰੇਮ ਨਾਲ ਕੀ ਹੁੰਦਾ? ਮੇਰਾ ਸਹੁ ਮਿਲੈ। ਫਿਰ ਜਿਹੜਾ ਸਾਡਾ ਸਹੁ ਮਾਲਕ ਹੈ ਨਾ, ਪਤੀ ਪਰਮੇਸ਼ਰ, ਉਹ ਮਿਲ ਪੈਂਦਾ ਹੈ, ਸਾਖਿਆਤ ਹੋ ਜਾਂਦਾ ਹੈ ਵਾਹਿਗੁਰੂ। ਇਹ ਹੈ ਮਹਾਤਮਾ ਦੀ ਸੰਗਤ ਦਾ ਫਲ। ਉੱਥੇ ਜਾ ਕਰਕੇ ਚੜੇ ਹੋਏ ਪਦਾਰਥ ਖਾਣੇ ਮਹਾਤਮ ਨਹੀਂ ਹੈ। ਉੱਥੇ ਸੰਗਤ ਦੇ ਚੜੇ ਹੋਏ ਕੱਪੜੇ ਵੰਨ ਸੁਵੰਨੇ ਪਾਉਣੇ ਮਹਾਤਮ ਨਹੀਂ ਹੈ। ਪਰ ਇਹੀ ਮਹਾਤਮ ਅੱਜ ਤਾਂ ਸਮਝਿਆ ਹੋਇਆ ਹੈ ਕਿ ਸੰਤ ਦੇ ਨਾਲ ਵੀ ਤਾਂ ਹੀ ਜੁੜੇ ਹੁੰਦੇ। ਕਹਿੰਦਾ ਚੰਗਾ ਉਹ ਖਾਣ ਪੀਣ ਨੂੰ ਚੰਗਾ ਚੋਖਾ ਮਿਲਦਾ ਹੈ, ਤੇ ਚਲੋ ਇਹਨਾਂ ਨਾਲ ਰਲੇ ਰਹੋ। ਤੇ ਜਦੋਂ ਕਿਤੇ ਮਹਾਤਮਾ ਇਹੋ ਜੀ ਕਲਾ ਵਰਤਾ ਦੇ ਕਿ ਨਾ ਕੁਛ ਵੀ ਲੱਭੇ, ਸਭ ਦੌੜ ਜਾਂਦੇ ਆ। ਫਿਰ ਨਹੀਂ ਉੱਥੇ ਲੱਭਦਾ ਕੋਈ ਵੀ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਗਿਆਨ ਪੂਰਵਕ ਫਿਰ ਸੁਤੇ ਸਿੱਧ ਜਦੋਂ ਪ੍ਰੇਮ ਦੀ ਦਾਤ ਪ੍ਰਾਪਤ ਹੁੰਦੀ ਹੈ ਨਾ, ਤੇ ਪ੍ਰੇਮ ਦੇ ਇਸ ਵੇਗ ਨਾਲ
ਵਾਹਿਗੁਰੂ ਦੀ ਸਾਖਿਆਤਤਾ ਹੋ ਜਾਂਦੀ ਹੈ। ਸੁਤੇ ਹੀ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਜੀ ਮਿਲ ਪੈਂਦੇ ਆ। ਦਰਸ਼ਨ ਰੂਪ ਅਪਾਰ ਇਹੋ ਜਿਹਾ ਮਹਾਰਾਜ ਦਾ ਦਰਸ਼ਨ ਵੈ ਜਿਹਦਾ ਕੋਈ ਪਾਰਾਵਾਰ ਤੇ ਅੰਤ ਨਹੀਂ ਪਾਇਆ ਜਾ ਸਕਦਾ। ਫਿਰ ਉਹਦੇ ਸਰੂਪ ਵਿੱਚ ਹੀ ਅਭੇਦ ਹੋ ਜਾਈਦਾ ਹੈ। ਮਹਾਰਾਜ ਦਾ ਦਰਸ਼ਨ ਇਹੋ ਜਿਹਾ ਹੈ ਜਿਹਨੂੰ ਪਾ ਕੇ ਕੁਝ ਹੋਰ ਪਾਉਣ ਦੀ ਚਾਹ ਨਹੀਂ ਰਹਿ ਜਾਂਦੀ, ਕਿਉਂਕਿ ਸੰਸਾਰ ਦੇ ਅੰਦਰ ਜਾਂ ਦਿਵ ਭੋਗਾਂ ਨੂੰ ਪਾ ਕਰਕੇ ਫਿਰ ਵੀ ਇੱਛਾ ਅੱਗੇ ਤੋਂ ਅੱਗੇ ਫੁਰਦੀ ਜ਼ਰੂਰ ਹੈ। ਤੇ ਜੇ ਕਿਸੇ ਨੇ ਕੋਈ ਸਾਰੀ ਧਰਤੀ ਫਿਰ ਲਈ ਹੈ, ਉਹਦਾ ਹੋਰ ਵੀ ਵੇਖਣ ਨੂੰ ਅੱਗੇ ਚਿੱਤ ਠੰਡਾ ਨਹੀਂ ਹੁੰਦਾ ਕਿ ਹੋਰ ਵੀ ਵੇਖਾਂ, ਮੈਂ ਖੰਡਾਂ ਬ੍ਰਹਮੰਡਾਂ ਨੂੰ ਵੇਖਾਂ ਆਕਾਸ਼ਚਾਰੀ ਹੋ ਕਰਕੇ। ਤੇ ਫਿਰ ਖੰਡਾਂ ਬ੍ਰਹਮੰਡਾਂ ਦਾ ਕੀ ਅੰਤ ਹੈ, ਕਿੰਨੇ ਕੁ ਵੇਖ ਲਏਗਾ। ਪਰ ਜਿਹਨੇ ਨਿਰੰਕਾਰ ਦਾ ਦਰਸ਼ਨ ਕਰ ਲਿਆ ਨਾ, ਉਹਨੂੰ ਫਿਰ ਹੋਰ ਕੋਈ ਚਾਹ ਹੀ ਨਹੀਂ ਰਹਿ ਜਾਂਦੀ, ਵੇਖਣ ਦੀ ਇੱਛਾ ਹੀ ਨਹੀਂ ਰਹਿੰਦੀ, ਕਿਉਂਕਿ ਸਭ ਕੁਝ ਹੀ ਵੇਖ ਲਿਆ। ਫਿਰ ਇਹੋ ਜਿਹਾ ਮਹਾਰਾਜ ਦਾ ਦਰਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦਾ ਅਪਾਰ ਪਰਮੇਸ਼ਰ ਦਾ ਰੂਪ ਹੀ ਹੋ ਜਾਈਦਾ ਜਦੋਂ ਉਹਦਾ ਦਰਸ਼ਨ ਹੁੰਦਾ ਏ। ਮਛਲੇ ਹੋਵਾ ਜਲ ਬਸਾਂ ਸੱਚੇ ਪਾਤਸ਼ਾਹ ਜੀ ਜਲ ਤੋਂ ਕੀ ਹੈ? ਪ੍ਰੇਮ। ਮਹਾਰਾਜ ਅਸੀਂ ਆਪ ਦੇ ਪ੍ਰੇਮ ਰੂਪੀ ਜਲ ਦੇ ਅੰਦਰ ਆਪ ਦੇ ਮਨ ਨੂੰ ਮੱਛ ਬਣਾ ਕਰਕੇ ਵਸ ਜਾਈਏ। ਮੱਛੀ ਕਦੋਂ ਬਚਦੀ ਹੈ ਜਲ ਤੋਂ ਬਿਨਾ? ਇਉਂ ਮਹਾਰਾਜ ਅਸੀਂ ਆਪਣੇ ਮਨ ਨੂੰ ਮੱਛ ਬਣਾ ਲਈਏ, ਆਪ ਦੇ ਪ੍ਰੇਮ ਜਲ ਦੇ ਅੰਦਰ ਵਸਣਾ ਕਰੀਏ। ਜੇ ਅਜੰਤ ਸਭ ਸਾਰ ਜਿਵੇਂ ਸਾਧ ਸੰਗਤ ਜੀ ਇਸ ਪ੍ਰਕਾਰ ਮੱਛੀਆਂ ਵੀ ਜਿਹੜੀਆਂ ਨਾ ਉਹ ਇਕੱਠੀਆਂ ਵੇਖੋ ਸਮੁੰਦਰ ਦੇ ਅੰਦਰ ਫਿਰਦੀਆਂ ਹੁੰਦੀਆਂ ਤੇ ਆਪ ਦੇ ਪਰਿਵਾਰ ਦੀ ਸੰਭਾਲ ਕਰਦੀਆਂ। ਉਹ ਅਗਲੇ ਪ੍ਰਕਰਣ ਤੋਂ ਆਵੇਗਾ। ਜੀ ਜੰਤ ਸਭ ਸਾਰ। ਮਹਾਰਾਜ ਜਿੰਨੇ ਵੀ ਜੀਵ ਹਨ ਧਰਤੀ ਦੇ ਉੱਤੇ ਸੂਖਸ਼ਮ ਤੇ ਜਾਂ ਸਥੂਲ, ਉਹ ਮਹਾਰਾਜ ਆਪ ਦੀ ਉਹਨਾਂ ਵਿੱਚ ਜੋਤ ਵੇਖ ਕਰਕੇ ਸਭ ਦੀ ਸਾਰ ਸੰਭਾਲ ਕਰੀਏ, ਵੇਖੀਏ ਕਿ ਸਭ ਦੇ ਅੰਦਰ ਹੀ ਆਪ ਦਾ ਸਰੂਪ ਹੀ ਬਿਰਾਜਮਾਨ ਹੈ। ਉਰਵਾਰ ਪਾਰ ਮੇਰਾ ਸਹੁ ਵਸੈ। ਮਹਾਰਾਜ ਇਸ ਲੋਕ ਵਿੱਚ ਵੀ ਤੁਸੀਂ ਸਹੁ ਪਤੀ ਪਰਮੇਸ਼ਰ ਆਪ ਵਸਦੇ ਹੋ। ਪ੍ਰੇਮ ਦੀ ਰੀਤ ਕਰਕੇ ਸਾਨੂੰ ਇਹ ਅਨੁਭਵ ਹੋ ਆਵੇ। ਪਰਲੋਕ ਵਿੱਚ ਵੀ ਮਹਾਰਾਜ ਤੁਹਾਡਾ ਆਪਣਾ ਹੀ ਵਾਸ ਹੈ। ਮਹਾਰਾਜ ਲੋਕ ਪਰਲੋਕ ਕਰਕੇ ਤੁਸੀਂ ਆਪ ਹੀ ਸਮਾ ਰਹੇ ਹੋ। ਹਾਂ ਮਿਲਾਂਗੇ ਬਾਹਾਂ ਪਸਾਰ। ਮਹਾਰਾਜ ਅਸੀਂ ਆਪਣੀ ਬਿਰਤੀ ਰੂਪੀ ਭੁਜਾ ਨੂੰ ਪਸਾਰ ਕਰਕੇ ਆਪ ਨੂੰ ਮਿਲ ਪਈਏ। ਸਾਡੀ ਬਿਰਤੀ ਜਿਹੜੀ ਹੈ ਮਹਾਰਾਜ ਬ੍ਰਹਮਾਕਾਰ ਕਰ ਦਿਓ ਕਿ ਅਸੀਂ ਮਹਾਰਾਜ ਆਪ ਦੀ ਬਿਰਤੀ ਰੂਪੀ ਭੁਜਾ ਨੂੰ ਪਸਾਰ ਕਰਕੇ ਆਪ ਵਿੱਚ ਅਭੇਦ ਹੋ ਜਾਈਏ। ਨਾਗਨ ਹੋਵਾ ਧਰ ਵਸਾਂ। ਧਰਤੀ ਸਭ ਦਾ ਆਸਰਾ ਰੂਪ ਹੈ ਨਾ ਮਹਾਰਾਜ। ਜੇ ਆਪ ਧਰਤੀ ਰੂਪ ਹੋਵੋ ਤੇ ਮਹਾਰਾਜ ਅਸੀਂ ਆਪ ਦਾ ਆਸਰਾ ਲੈਣ ਰੂਪ। ਮਹਾਰਾਜ ਨਾਗਣ ਪ੍ਰੇਮੀ ਹੋ ਕਰਕੇ ਤੁਹਾਡੇ ਆਸਰੇ ਤੇ ਹੋ ਕਰਕੇ ਮਹਾਰਾਜ ਆਪ ਦੇ ਅੰਦਰ ਹੀ ਬ੍ਰਹਮ ਵਸ ਜਾਈਏ, ਕਿਉਂਕਿ ਤੁਹਾਡੇ ਤੋਂ ਵੱਖ ਨਾ ਹੋਈਏ। ਤਾਣੇ ਪੇਟੇ ਦੀ ਤਰ੍ਹਾਂ ਆਪ ਦੇ ਅੰਦਰ ਹੀ ਅਭੇਦ ਰਹੀਏ। ਸ਼ਬਦ ਵਸੈ ਭਉ ਜਾਏ। ਕਿਉਂਕਿ ਜਦੋਂ ਆਪ ਦਾ ਸ਼ਬਦ ਉਪਦੇਸ਼ ਹਿਰਦੇ ਵਿੱਚ ਵਸ ਜਾਵੇ ਤਾਂ ਸਾਰੇ ਜੰਮਣ ਮਰਨ ਦੇ ਭਉ ਜਿਹੜੇ ਸਾਡੇ ਚਲੇ ਜਾਣ। ਨਾਨਕ ਸਦਾ ਸੁਹਾਗਣੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਸਦਾ ਹੀ ਉਹ ਪਰਮੇਸ਼ਰ ਦੇ ਭਾਈ ਸੁਹਾਗ ਵਾਲੇ ਆ, ਪਰਮੇਸ਼ਰ ਦੀ ਪ੍ਰਾਪਤੀ ਵਾਲੇ ਆ। ਜਨ ਜੋਤੇ ਜੋਤ ਸਮਾਏ। ਜਿਨ੍ਹਾਂ ਦੀ ਪਰਤਕ ਜੋਤ ਨੂੰ ਪਰਮੇਸ਼ਰ ਨੇ ਆਪਣੀ ਪਰਮ ਜੋਤ ਦੇ ਅੰਦਰ ਸਮਾ ਲਿਆ ਹੈ, ਅਭੇਦ ਕਰ ਲਿਆ ਹੈ। ਇਸੇ ਪ੍ਰਕਾਰ ਹੀ ਆਰੰਭ ਤੋਂ ਫਿਰ ਹਰਣੇ ਹੋਆ ਬਨ ਬਸਾਂ। ਹੁਣ ਸਤਿਗੁਰੂ ਜੀ ਦੱਸਦੇ ਆ ਕਿ ਜੇ ਪ੍ਰੇਮ ਨਾ ਉਤਪਨ ਹੋਇਆ ਤਾਂ, ਜੇ ਪ੍ਰੇਮ ਨਾ ਉਤਪਨ ਹੋਇਆ ਤਾਂ ਫਿਰ ਮਹਾਰਾਜ ਕਹਿੰਦੇ ਹਰਣੀ ਹੋਵਾਂ ਬਨ ਬਸਾਂ। ਜੇ ਹਰਣੀ ਦੀ ਨਿਆਈ ਮਹਾਰਾਜ ਕਹਿੰਦੇ ਬਨ ਵਾਸੀ ਹੋ ਕਰਕੇ ਬਾਨ ਪ੍ਰਸਤੀ ਹੋ ਕਰਕੇ ਬਨਾਂ 'ਚ ਵਸ ਲਿਆ ਤੇ ਫਿਰ ਕੀ ਹੋਵਾਂ? ਕੀ ਹੋ ਗਿਆ? ਬਨਾਂ ਦੇ ਅੰਦਰ ਵਸਣ ਨਾਲ ਮਹਾਰਾਜ ਕਹਿੰਦੇ ਭਾਈ ਇਉਂ ਪਰਮੇਸ਼ਰ ਨਹੀਂ ਮਿਲਦਾ। ਜੇ ਮਿਲਦਾ ਹੋਵੇ ਤੇ ਹਰਨੀਆਂ ਬਨਾਂ 'ਚ ਹੀ ਰਹਿੰਦੀਆਂ, ਫਿਰ ਉਹਨਾਂ ਨੂੰ ਹੀ ਪਰਮੇਸ਼ਰ ਮਿਲ ਜਾਵੇ। ਇਉਂ ਬਨ ਦੇ ਵਿੱਚ ਵਸਣ ਨਾਲ ਮਹਾਰਾਜ ਕਹਿੰਦੇ ਮੇਰਾ ਸਹੁ ਪਤੀ ਪਰਮਾਤਮਾ ਵਾਹਿਗੁਰੂ ਨਹੀਂ ਪ੍ਰਾਪਤ ਹੁੰਦਾ ਹੈ। ਤੇ ਸਾਧ ਸੰਗਤ ਜੀ ਜਿਨ੍ਹਾਂ ਨੇ ਜੰਗਲਾਂ ਦੇ ਅੰਦਰ ਵਸ ਕੇ ਵੇਖਿਆ ਨਾ, ਉਹਨਾਂ ਦੇ ਇਹ ਕਹੇ ਹੋਏ ਸ਼ਬਦ ਨੇ ਫਰੀਦਾ ਜੰਗਲ ਜੰਗਲ ਕਿਆ ਭਵਹਿ ਵਣ ਕੰਡਾ ਮੂੜੇ ਵਸੀ ਰੱਬ ਹਿਆਲੀਐ ਜੰਗਲ ਕਿਆ ਢੂੰਡੇ। ਕਿ ਜੰਗਲਾਂ ਵਿੱਚ ਕੀ ਢੂੰਡਦਾ ਫਿਰਦਾ, ਕੀ ਲੱਭਦਾ ਫਿਰਦਾ?
ਉਹ ਅੱਲਾ ਤਾਂ ਹਿਆਲੀ ਹੈ, ਹਿਰਦੇ ਦੇ ਅੰਦਰ ਵਸ ਰਿਹਾ ਹੈ, ਉਹ ਤਾਂ ਪ੍ਰੇਮ ਨਾਲ ਪ੍ਰਾਪਤ ਹੋਣਾ ਹੈ। ਜੇ ਕਰਕੇ ਜਿਹੜਾ ਹੈ ਬਨਵਾਸੀ ਹੋ ਗਏ ਤਾਂ ਫਿਰ ਕੀ ਹੋ ਗਿਆ? ਬਨਾਂ ਦੇ ਅੰਦਰ ਜੇ ਵਸ ਲੈਣਾ ਕੀਤਾ ਤਾਂ ਕੰਦ ਮੂਲ ਚੁਣ ਖਾਓ। ਉਥੇ ਸਾਧ ਸੰਗਤ ਜੀ ਕੰਦ ਮੂਲ ਜਿਹੜੇ ਆ, ਫਲ ਫੂਲ ਜਾਂ ਕੰਦ ਮੂਲ ਇੱਕ ਫਲ ਹੁੰਦਾ ਜਿਹਦਾ ਅੱਗੇ ਵੀ ਜ਼ਿਕਰ ਆਇਆ ਹੈ, ਉਹ ਖਾ ਕਰਕੇ ਤੇ ਜੇ ਕਰਕੇ ਕਹੇ ਕਿ ਪਰਮੇਸ਼ਰ ਦੀ ਪ੍ਰਾਪਤੀ ਹੈ ਤੇ ਮਹਾਰਾਜ ਕਹਿੰਦੇ ਭਾਈ ਜਿਹੜੇ ਬੱਕਰੀਆਂ ਦਾ ਇੱਜੜ ਵਾ ਉਹ ਤਾਂ ਪੱਤੇ ਹੀ ਖਾਂਦਾ ਫਿਰਦਾ ਹੈ ਨਾ, ਤੇ ਉਹ ਵੀ ਤਾਂ ਸਾਧ ਸੰਗਤ ਜੀ ਜੰਗਲ ਦੇ ਅੰਦਰ ਘਾਹ ਫੂਸ ਹੀ ਖਾ ਕਰਕੇ ਗੁਜ਼ਾਰਾ ਕਰਦੇ ਆ। ਜੇ ਕੰਦ ਮੂਲ ਖਾਣ ਨਾਲ, ਪੱਤੇ ਫਲ ਫੁੱਲ ਖਾਣ ਨਾਲ ਹੀ ਪਰਮੇਸ਼ਰ ਮਿਲਦਾ ਹੋਵੇ ਤਾਂ ਫਿਰ ਉਹ ਇੱਜੜ ਨੂੰ, ਬੱਕਰੀਆਂ ਨੂੰ ਪਹਿਲਾਂ ਪਰਮੇਸ਼ਰ ਮਿਲਣਾ ਚਾਹੀਦਾ। ਇਵੇਂ ਮਹਾਰਾਜ ਕਹਿੰਦੇ ਜੇ ਪ੍ਰੇਮ ਨਹੀਂ ਪ੍ਰਗਟ ਹੋਇਆ ਨਾ ਤੇ ਫਿਰ ਬਾਨ ਪ੍ਰਸਤੀ ਜਿਹੜਾ ਉਹ ਵੀ ਪਖੰਡੀ ਰੂਪ ਹੋ ਜਾਂਦਾ ਹੈ। ਉਹ ਤਾਂ ਬਾਹਰਲਾ ਹੀ ਦਿਖਾਵਾ ਹੈ। ਜੇ ਹਿਰਦੇ ਦੇ ਅੰਦਰ ਵਾਹਿਗੁਰੂ ਦਾ ਪਿਆਰ ਨਹੀਂ ਲੱਗਾ ਹੈ ਤੋ ਅਜੋ ਬਕਾਰ ਨਾ ਛੋੜਈ, ਪਾਪੀ ਮਨ ਮੰਦਾ ਐਸੀ ਹਾਲਤ ਹੁੰਦੀ ਹੈ। ਗ੍ਰਹਿ ਤਜ ਬਨ ਖੰਡ ਜਾਈਐ, ਚੁਨ ਖਾਈਐ ਕੰਦਾ। ਘਰ ਨੂੰ ਛੱਡ ਕਰਕੇ ਜੇ ਬਨੋਵਾਸੀ ਹੋ ਜਾਈਏ, ਜੰਗਲਾਂ ਵਿੱਚ ਚਲੇ ਜਾਈਏ, ਉੱਥੇ ਜਾ ਕਰਕੇ ਫਲ ਫੁੱਲ ਖਾਈਏ ਤੇ ਵਾਹਿਗੁਰੂ ਦਾ ਪਿਆਰ ਲੱਗਾ ਹੀ ਨਹੀਂ ਹਿਰਦੇ ਦੇ ਅੰਦਰ, ਤੇ ਅਜੋ ਬਕਾਰ ਨਾ ਛੋੜਈ। ਅਜੇ ਵੀ ਇਹੋ ਜੀ ਹਾਲਤ ਹੈ, ਮਨ ਵਕਾਰ ਨਹੀਂ ਛੱਡਦਾ ਹੈ, ਐਸਾ ਪਾਪੀ ਮਨ ਮੰਦਾ ਹੈ। ਇਉਂ ਬਨੋਵਾਸੀ ਹੋਣ ਨਾਲ, ਬਾਨ ਪ੍ਰਸਤੀ ਹੋਣ ਨਾਲ ਵਾਹਿਗੁਰੂ ਦੀ ਪ੍ਰਾਪਤੀ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ ਹੁੰਦੀ ਹੈ। ਕਿਉਂਕਿ ਜੇ ਏਦਾਂ ਪ੍ਰਾਪਤੀ ਹੁੰਦੀ ਹੋਵੇ ਤੇ ਜੰਗਲੀ ਜੀਵ ਸਾਰੇ ਬਣ 'ਚ ਹੀ ਰਹਿੰਦੇ ਆ, ਉਹਨਾਂ ਨੂੰ ਪਰਮੇਸ਼ਰ ਮਿਲਣਾ ਚਾਹੀਦਾ। ਇਉਂ ਸਤਿਗੁਰੂ ਜੀ ਦੱਸਦੇ ਆ ਕਿ ਪ੍ਰੇਮ ਤੋਂ ਬਿਨਾਂ ਤਾਂ ਭਾਈ ਇਹ ਭੇਖ ਫਿਰ ਪਖੰਡ ਦਾ ਹੀ ਰੂਪ ਧਾਰਨ ਕਰ ਜਾਂਦਾ ਏ। ਗੁਰ ਪ੍ਰਸਾਦੇ ਮੇਰਾ ਸਹੁ ਮਿਲੈ। ਮਹਾਰਾਜ ਫਿਰ ਵਾਹਿਗੁਰੂ ਮਿਲਦੇ ਕਿਵੇਂ ਐ? ਹਜੂਰ ਕਹਿੰਦੇ ਜਦੋਂ ਗੁਰੂ ਸਾਹਿਬ ਦੀ ਪ੍ਰਸਾਦ ਕਿਰਪਾ ਹੋਵੇ। ਜੇ ਗੁਰੂ ਕਿਰਪਾ ਨਹੀਂ ਹੋਈ, ਜਿਹੜੇ ਮਰਜੀ ਭੇਖ ਚਾ ਉਹ ਪਖੰਡੀ ਬਣ ਜਾਂਦਾ ਫਿਰ। ਕਿਉਂਕਿ ਗੁਰਮਤਿ ਮਹਾਰਾਜ ਦਸੀ ਹੈ ਸੱਚੇ ਪਾਤਸ਼ਾਹ ਨੇ ਕਿ ਜੇ ਆਪਾਂ ਗੁਰੂ ਸਾਹਿਬ ਦੀ ਕਿਰਪਾ ਲੈਣ ਵਾਸਤੇ ਕੋਈ ਯਤਨ ਹੀ ਨਹੀਂ ਕੀਤਾ, ਕੋਈ ਨਿਯਮ ਹੀ ਨਹੀਂ ਕਮਾਇਆ, ਮਹਾਰਾਜ ਜੀ ਦੀ ਆਗਿਆ ਹੀ ਨਹੀਂ ਮੰਨੀ, ਤੇ ਫਿਰ ਸਾਧ ਸੰਗਤ ਜੀ ਸਾਡਾ ਬਣਾਇਆ ਹੋਇਆ ਸਾਰਾ ਦਿਖਾਵਾ ਏ, ਸਭ ਅਡੰਬਰ ਵੈ, ਸਭ ਭੇਖ ਵੈ। ਜੇ ਸਤਿਗੁਰੂ ਜੀ ਦੀ ਪ੍ਰੀਤ ਨਹੀਂ ਲੱਗੀ, ਸੱਚੇ ਦਿਲੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਆਗਿਆ ਨਹੀਂ ਮੰਨੀ, ਸ਼ਬਦ ਨਹੀਂ ਕਮਾਇਆ, ਤੇ ਫਿਰ ਸਾਡਾ ਸਾਰਾ ਜੀਵਨ ਹੀ ਭੇਖ ਰੂਪ ਬਣ ਜਾਂਦਾ। ਤੇ ਭੇਖ ਨਾਲ, ਦਿਖਾਵੇ ਨਾਲ ਮਹਾਰਾਜ ਸਾਹਿਬ ਜੀ ਕਹਿੰਦੇ ਪਰਮੇਸ਼ਰ ਨਹੀਂ ਮਿਲਦਾ ਹੈ। ਕਾਹੇ ਕੋ ਡਿੰਬ ਕਰੈ ਮਨ ਮੂਰਖ। ਮਹਾਰਾਜ ਕਹਿੰਦੇ ਮੂਰਖ ਮਨਾ, ਤੂੰ ਡਿੰਬ ਕਿਉਂ ਕਰਦਾ, ਪਖੰਡ ਕਿਉਂ ਕਰਦਾ? ਡਿੰਬਨ ਮੈਂ ਪਰਮੇਸ਼ਰ ਨਾਹੀਂ। ਪਖੰਡ ਦੇ ਵਿੱਚ ਤਾਂ ਪਰਮੇਸ਼ਰ ਨਹੀਂ ਪ੍ਰਾਪਤ ਹੁੰਦਾ, ਉਹਨੂੰ ਤਾਂ ਦਿਲ ਦੀ ਸੱਚੀ ਪ੍ਰੀਤ ਨਾਲ ਪ੍ਰਾਪਤ ਕੀਤਾ ਜਾਂਦਾ ਹੈ। ਜੇ ਗੁਰੂ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਹੋਵੇ ਨਾ, ਫਿਰ ਮੇਰਾ ਸਹੋਪਤੀ ਪ੍ਰਮਾਤਮਾ ਵਾਹਿਗੁਰੂ ਮਿਲਦਾ ਹੈ, ਬਾਨ ਪ੍ਰਸਤੀ ਹੋਇਆ ਨਹੀਂ ਮਿਲਦਾ। ਵਾਰ ਵਾਰ ਹੋ ਜਾਓ ਜਿਉ। ਜਦੋਂ ਗੁਰੂ ਸਾਹਿਬ ਜੀ ਦੀ ਕਿਰਪਾ ਹੁੰਦੀ ਹੈ ਨਾ, ਉਦੋਂ ਫਿਰ ਸਾਧ ਸੰਗਤ ਜੀ ਜਗਿਆਸੂ ਨੂੰ ਅਹਿਸਾਸ ਹੁੰਦਾ ਹੈ ਕਿ ਕਿਰਪਾ ਦੇ ਵਿੱਚ ਕਿੱਡਾ ਸੁੱਖ ਹੈ। ਉਹ ਫਿਰ ਕਹਿੰਦੇ ਮਹਾਰਾਜ ਅਸੀਂ ਤਾਂ ਆਪ ਤੋਂ ਬਲਿਹਾਰ ਹੋ ਜਾਈਏ, ਕੁਰਬਾਨ ਹੋ ਜਾਈਏ। ਇਹ ਨਹੀਂ ਕਿ ਕਿਸੇ ਬੰਧਨ ਥੱਲੇ ਆ ਕਰਕੇ ਸਿੱਖ ਆਪਣਾ ਜਿਹੜਾ ਹੈ ਆਪਾ ਕੁਰਬਾਨ ਕਰਦੇ ਆ, ਨਹੀਂ ਤਾਂ ਪਤੰਗਿਆਂ ਨੂੰ ਕਿਨ ਕਿਹਾ ਹੈ, ਉਹ ਲਾਟ ਤੇ ਆ ਕਰਕੇ ਆਪ ਦਾ ਆਪਾ ਸਾੜ ਲੈਂਦੇ ਆ, ਤੇ ਭੌਰਿਆਂ ਨੂੰ ਕਿਨ ਫੁੱਲਿਆਂ ਦੀ ਸੁਗੰਧੀ ਦੱਸੀ ਹੈ। ਇਹ ਤਾਂ ਸਾਧ ਸੰਗਤ ਜੀ ਮਹਾਰਾਜ ਦੀ ਪ੍ਰੀਤ ਦੀ ਰੀਤ ਵੈ, ਸੱਚੇ ਪਾਤਸ਼ਾਹ ਜੀ ਦੀ। ਇਸ ਤਰ੍ਹਾਂ ਮਹਾਰਾਜ ਅਸੀਂ ਆਪ ਤੋਂ ਬਲਿਹਾਰ ਜਾਈਏ, ਆਪਣਾ ਆਪ ਵਾਰ ਦਈਏ, ਆਪਣਾ ਜਿਹੜਾ ਜੀਓ ਮਨ ਹੈ ਇਹ ਵੀ ਕੁਰਬਾਨ ਕਰ ਦਈਏ। ਪਹਿਲਾਂ ਮਨ ਕਰਕੇ ਕੁਰਬਾਨ ਹੋਈਦਾ, ਮਨ ਨਾ ਕੁਰਬਾਨ ਹੋਵੇ ਤੇ ਸਰੀਰ ਕਰਕੇ ਕਿਵੇਂ ਕੁਰਬਾਨ ਹੋ ਸਕੀਦਾ ਹੈ। ਮਨ ਪਹਿਲਾਂ ਮਹਾਰਾਜ ਦੇ ਉੱਤੋਂ ਵਾਰਨਾ ਪੈਂਦਾ, ਮਨ ਦੀਆਂ ਖਾਸ਼ਾਂ ਛੱਡਣੀਆਂ ਪੈਂਦੀਆਂ, ਮਨ ਨੂੰ ਸ਼ਬਦ ਦੀ ਕਮਾਈ ਨਾਲ ਮਾਰਨਾ ਪੈਂਦਾ, ਭਜਨ ਕਰਕੇ, ਸਤਿਗੁਰੂ ਦੀ ਸਿੱਖੀ ਕਮਾ ਕਰਕੇ। ਜਦੋਂ ਜੀਓ ਆਪਣਾ ਮਨ ਵਾਰ ਦਿੱਤਾ, ਫਿਰ ਸਰੀਰ ਵਾਰਨ ਦੀ ਵੀ ਦਾਤ ਮਹਾਰਾਜ ਦੇ ਦਿੰਦੇ ਸੱਚੇ ਪਾਤਸ਼ਾਹ। ਸਰੀਰ ਵੀ ਉਹਨਾਂ ਦਾ ਫਿਰ ਲੇਖੇ ਲੱਗ ਜਾਂਦਾ ਹੈ। ਭਗਤਾਂ ਨੇ ਇਸੇ ਕਰਕੇ ਮਹਾਰਾਜ ਸਾਹਿਬ ਜੀ ਨੂੰ ਕਿਹਾ, ਮਹਾਰਾਜ ਜਿਹੜਾ ਤੁਸੀਂ ਜਨਮ ਪਦਾਰਥ ਸਾਨੂੰ ਦਿੱਤਾ ਹੈ ਨਾ, ਮਾਧੋ ਇਹੋ ਜਨਮ ਤੁਮਾਰੇ ਲੇਖੇ। ਇਹ ਮਹਾਰਾਜ ਜਨਮ ਹੀ ਤੁਹਾਡੇ ਲੇਖੇ, ਤੁਹਾਡੇ ਤੋਂ ਵਾਰ ਦਈਏ, ਹੋਰ ਸਾਨੂੰ ਕੋਈ ਕੰਮ ਨਾ ਹੋਵੇ ਤੁਹਾਡੇ ਭਜਨ ਕਰਨ ਤੋਂ ਬਿਨਾ। ਇਹ ਭਜਨ ਹੀ ਮਹਾਰਾਜ ਸਾਡੀ ਕਿਰਤ ਬਣ ਜਾਵੇ।
ਐਸੀ ਸਾਡੇ ਤੇ ਕਿਰਪਾ ਕਰੋ, ਆਪਣਾ ਆਪ ਤੁਹਾਡੇ ਤੋਂ ਵਾਰ ਦਈਏ, ਕੁਰਬਾਨ ਕਰ ਦਈਏ ਆਪਣਾ ਮਨ ਵੀ। ਮੈਂ ਬਨਜਾਰਨ RAM ਕੇ। ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਸਿੱਖੋ, ਨਾ ਤਾਂ ਅਸੀਂ ਜਿਹੜਾ ਹੈ ਉਹ ਬਾਨਪ੍ਰਸਤੀ ਬਣਦੇ ਆ, ਨਾ ਮਹਾਰਾਜ ਕਹਿੰਦੇ ਅਸੀਂ ਬ੍ਰਹਮਚਾਰੀ ਬਣਦੇ ਆ, ਨਾ ਅਸੀਂ ਗ੍ਰਸਤੀ ਬਣਦੇ ਆ, ਤੇ ਨਾ ਅਸੀਂ ਸੰਨਿਆਸੀ ਬਣਦੇ ਆ। ਮਹਾਰਾਜ ਤੁਸੀਂ ਫਿਰ ਕੀ ਹੋ? ਮਹਾਰਾਜ ਕਹਿੰਦੇ ਮੈਂ ਬਨਜਾਰਨ RAM ਕੀ। ਵੇਖ ਲਓ, ਭਾਵੇਂ ਮਹਾਰਾਜ ਗ੍ਰਸਤੀ ਹੋਏ ਐ, ਪਰ ਸਤਿਗੁਰੂ ਕਹਿੰਦੇ ਸਾਨੂੰ ਗ੍ਰਸਤੀ ਹੋਣ ਦਾ ਵੀ ਮਾਣ ਨਹੀਂ। ਨਾ ਅਸੀਂ ਸੰਨਿਆਸੀ ਆ, ਨਾ ਬ੍ਰਹਮਚਾਰੀ ਆ, ਨਾ ਅਸੀਂ ਬਾਨਪ੍ਰਸਤੀ ਆ। ਪਰ ਜੇ ਵੇਖੀਏ ਨਾ, ਸਤਿਗੁਰੂ ਜੀ ਤੋਂ ਵੱਡਾ ਬ੍ਰਹਮਚਾਰੀ ਕੌਣ ਹੋ ਸਕਦਾ? ਮਹਾਰਾਜ ਤੋਂ ਵੱਡਾ ਸੰਨਿਆਸੀ ਕੌਣ ਹੋ ਸਕਦਾ? ਸਤਿਗੁਰੂ ਤੋਂ ਵੱਡਾ ਬਾਨਪ੍ਰਸਤੀ ਹੋਰ ਕੌਣ ਹੋ ਸਕਦਾ? ਤੇ ਮਹਾਰਾਜ ਤੋਂ ਵੱਡਾ ਗ੍ਰਸਤੀ ਵੀ ਸਫਲ ਕੋਈ ਹੋਰ ਨਹੀਂ ਹੋ ਸਕਦਾ। ਐਡੀ ਸਿੱਖੀ ਨੂੰ ਪਾਲਿਆ ਪਰਿਵਾਰ ਰੂਪ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ, ਇਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਵੱਡੀ ਵਡਿਆਈ ਆਪ ਦੇ ਸਿੱਖਾਂ ਨੂੰ ਦਿੱਤੀ ਹੈ। ਸਿੱਖ ਗ੍ਰਸਤ ਵਿੱਚ ਰਹਿੰਦਾ ਹੋਇਆ ਹੀ ਸਾਧ ਸੰਗਤ ਜੀ ਬਾਨਪ੍ਰਸਤੀ ਹੈ। ਬਨਸੇ ਸਦਨ ਸਦਾ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਜਿਹੜਾ ਮਨ ਦੇ ਵਿੱਚ ਉਦਾਸ ਰਹਿੰਦਾ ਨਾ ਸੰਸਾਰ ਦੇ ਸੁੱਖਾਂ ਵੱਲੋਂ, ਇਹ ਘਰ 'ਚ ਰਹਿੰਦਾ ਹੀ ਬਨੋਵਾਸੀ ਹੋਇਆ ਪਿਆ ਹੈ, ਬਾਨਪ੍ਰਸਤੀ ਹੋਇਆ ਪਿਆ ਹੈ। ਜਿਹੜਾ ਸ਼ਰੀਰਾਂ ਕਰਕੇ ਮੋਹ ਟੁੱਟ ਗਿਆ ਨਾ ਸਾਰਿਆਂ ਨਾਲੋਂ, ਸੰਨਿਆਸੀ ਹੋ ਗਿਆ, ਘਰ 'ਚ ਰਹਿੰਦਾ ਹੋਇਆ ਹੀ। ਤੇ ਜਿਹੜਾ ਸਾਧ ਸੰਗਤ ਜੀ ਆਪਦੀ ਇਸਤਰੀ ਦੇ ਜਤ ਸਤ ਵਿੱਚ ਪ੍ਰਪੱਕਵ ਹੈ, ਕਦੇ ਪਰਾਈ ਇਸਤਰੀ ਵੱਲ ਅੱਖ ਚੱਕ ਕੇ ਨਹੀਂ ਵੇਖਦਾ, ਦੇਖ ਮਰਾਈਆਂ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ, ਉਹ ਮਹਾਰਾਜ ਦਾ ਸਿੱਖ ਵੱਡਾ ਹੀ ਬ੍ਰਹਮਚਾਰੀ ਹੈ। ਤੇ ਫਿਰ ਸਾਧ ਸੰਗਤ ਜੀ ਗ੍ਰਸਤੀ ਤਾਂ ਸਫਲੇ ਹੈਗੇ ਹੀ ਆ। ਉਹ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਪਰਮੇਸ਼ਰ ਦਾ ਭਜਨ ਕਰਦੇ ਆ, ਜਿਉਂ ਕਮਲ ਰਹਿ ਵਿੱਚ ਪਾਣੀ ਹੈ। ਜਿਵੇਂ ਕਮਲ ਦਾ ਫੁੱਲ ਪਾਣੀ 'ਚ ਰਹਿੰਦਾ ਹੀ ਪਾਣੀ ਤੋਂ ਨਿਰਲੇਪ ਰਹਿੰਦਾ ਹੈ, ਜਾਂ ਇਉਂ ਜਾਣੋ ਕਿ ਚਾਰੇ ਸਾਧਨ ਹੀ ਮਹਾਰਾਜ ਨੇ ਸਿੱਖਾਂ ਨੂੰ ਬਖਸ਼ ਦਿੱਤੇ। ਚਾਰੇ ਆਸ਼ਰਮਾਂ 'ਚ ਹੀ ਸੰਪੰਨ ਹੈ ਮਹਾਰਾਜ ਦੇ ਸਿੱਖ। ਤੇ ਜੇਕਰ ਕਿ ਪ੍ਰੇਮ ਨਹੀਂ ਲੱਗਾ, ਨਾ ਗ੍ਰਸਤੀ ਸਫਲੇ ਹੈ, ਨਾ ਬਾਨਪ੍ਰਸਤੀ ਸਫਲੇ ਹੈ, ਨਾ ਸੰਨਿਆਸੀ ਸਫਲੇ ਹੈ, ਨਾ ਹੀ ਰੱਖਿਆ ਬ੍ਰਹਮਚਰਜ ਸਫਲਾ ਹੈ। ਇਹ ਸਤਿਗੁਰੂ ਜੀ ਅੱਗੇ ਦੱਸਣਗੇ। ਹੁਣ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਕਿ ਸਿੱਖੋ, ਨਾ ਤਾਂ ਅਸੀਂ ਕੋਈ ਗ੍ਰਸਤ ਪੁਣੇ ਦਾ ਮਾਣ ਕਰਦੇ ਆ, ਤੇ ਕਿਉਂਕਿ ਗ੍ਰਸਤੀ ਜਿਹੜੇ ਆ ਉਹਨਾਂ ਨੂੰ ਗ੍ਰਸਤ ਪੁਣੇ ਦਾ ਮਾਣ ਹੁੰਦਾ ਹੈ ਕਿ ਉਹਨਾਂ ਨੂੰ ਕਹਿੰਦੇ ਆ ਜੋਗੀਆਂ ਨੂੰ ਤੁਸੀਂ ਸਾਡੇ ਦਰਾਂ ਤੇ ਆ ਕੇ ਮੰਗਦੇ ਹੋ ਤੇ ਆਪਣੇ ਆਪ ਨੂੰ ਬੜੇ ਮਹਾਨ ਕਹਾਉਂਦੇ ਹੋ। ਉਹ ਕਹਿੰਦੇ ਗ੍ਰਸਤੀ ਗਲੀਚ ਹੁੰਦਾ ਹੈ, ਅਪਵਿੱਤਰ ਹੁੰਦਾ ਹੈ, ਵਾਹਿਗੁਰੂ ਨੂੰ ਮਿਲ ਨਹੀਂ ਸਕਦਾ। ਇਹ ਆਸ਼ਰਮ ਇੱਕ ਦੂਸਰੇ ਤੋਂ ਆਪਣੇ ਆਪ ਨੂੰ ਵੱਡਾ ਦੱਸਦੇ ਆ। ਭਾਵੇਂ ਕਿ ਵੇਦ ਦੀ ਰੀਤ ਤਾਂ ਅੱਜ ਉੱਥੇ ਵੀ ਕੋਈ ਨਹੀਂ, ਉਹਨਾਂ ਦੇ ਮਤ ਵਿੱਚ ਵੀ ਕੋਈ ਕਮਾਉਂਦਾ, ਕਿਉਂਕਿ ਉਹਨਾਂ ਵਿੱਚ ਵੀ ਇਹ ਨਾ ਕਿ ਵੇਦ ਦੀ ਰੀਤ ਮੁਤਾਬਕ 25 ਸਾਲ ਬ੍ਰਹਮਚਰਜ ਰੱਖੇ, ਫਿਰ 25 ਸਾਲ ਗ੍ਰਸਤ ਮਾਰਗ ਨੂੰ ਧਾਰਨ ਕਰੇ, ਫਿਰ 25 ਸਾਲ ਬਾਨਪ੍ਰਸਤੀ ਹੋਵੇ, ਫਿਰ 25 ਸਾਲ ਸੰਨਿਆਸੀ ਹੋ ਜਾਵੇ। ਇਉਂ 100 ਸਾਲ ਦੀ ਵੰਡ ਕੀਤੀ ਹੈ ਚਾਰ ਆਸ਼ਰਮਾਂ ਦੀ। ਪਰ ਉਹਨਾਂ 'ਚ ਵੀ ਜੰਮਦੇ ਹੀ ਸੰਨਿਆਸੀ ਬਣ ਜਾਂਦੇ ਆ, ਮੂੰਹ ਸਿਰ ਮਨਾ ਕੇ ਭਗਵੇਂ ਕੱਪੜੇ ਪਾ ਕੇ ਹਮ ਤੋਂ ਸੰਨਿਆਸੀ ਹੋਤੇ हैं। तो इन्ना पता ही नहीं, विद्या कख पढ़ी नहीं ते झाटी संन्यासी बन गए। ते साडे पंथ च भी हुण इहो जिहे संन्यासी पैदा होण लग पे कि ना कितों संथ्या कीती ना पढ़ाई कीती ते झाटी बस असीं तां ब्रह्म विद्या पढ़ी है, कथावाचक रागी बने हुए आ। माफ करना, अज तो कोई 50-60 साल पहला जे रागी सिंह भी हुंदे सी ते उन्हां ने शुद्ध संथ्या कीती हुंदी सी तां बाणी दा कीर्तन करदे सी। ते बहुत साध संगत जी ये चीज़ां घट रहीआं हन ते असीं की है छेती चाहुंदे आ कि सिद्धा असीं ना सिखर ते ही पहुंच जाइए, पिछों सानू पहली दूजी जमात जिहड़ी ओह करनी ना पवे। ये सतगुरां जी ने उन्हां तो सिक्ख्या समझाई है कि भाई पहलों जिहड़ा है अपने घर विच रहिंदिआं होइआं माता पिता तो सिक्ख्या प्राप्त करके भजन विच जुड़े रहना, माता पिता दी आग्या दा पालन करना। जे भाग जागण माता पिता उन्होंने संगत विच भेजण ते जिथे किथे फिर योग ब्रह्म विद्या दा प्रबंध होवे, ब्रह्म विद्या नूं पढ़े पहला। ते ब्रह्म विद्या पढ़नी किहड़ी सौखी है? ब्रह्म विद्या कोई ये नहीं कि 1 साल च 2 साल च ही आ जानी है। ये साध संगत जी घटो घट भी जे मेहनत करे ना तो 7-8 साल लगदे है, जे पूरी दृढ़ता नाल मेहनत करे। ते नहीं कि संथ्या कर ले 2 साल दे विच चलो जे तीखण बुद्धि है हो ही जाती है, पर जिहड़ा कथा दा करना ब्रह्म विद्या दा पढ़ना ये केवल साध संगत जी ये नहीं कि पढ़ लिया है, संगत विच रह करके
ਇਹ ਗੁਣ ਜਿਹੜੇ ਆ ਸਰੀਰ ਦੇ ਅੰਦਰ ਪ੍ਰਵੇਸ਼ ਕਰਦੇ ਆ। ਹੱਥੀਂ ਸੇਵਾ ਕਰਨੀ, ਬਾਣੀ ਦੀ ਸੰਥਿਆ ਕਰਕੇ ਫਿਰ ਉਹਦੇ ਸਹਿਜ ਪਾਠ ਬਾਣੀ ਦੇ ਇੰਨੇ ਕਰਨੇ ਕਿ ਬਾਣੀ ਚਲੰਤ ਹੋ ਜਾਵੇ। ਫਿਰ ਮਹਾਰਾਜ ਸੱਚੇ ਪਾਤਸ਼ਾਹ 10ਵੇਂ ਪਾਤਸ਼ਾਹ ਜੀ ਦੀ ਬਾਣੀ ਦਾ ਅਭਿਆਸ ਕਰਨਾ, ਜੋ ਮਹਾਰਾਜ ਸਾਹਿਬ ਜੀ ਨੇ ਗ੍ਰੰਥਾਂ ਨੂੰ ਪ੍ਰਵਾਨ ਕੀਤਾ ਹੈ। ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਨੇ, ਭਾਈ ਗੁਰਦਾਸ ਜੀ ਦੀਆਂ ਵਾਰਾਂ ਹਨ, ਸ੍ਰੀ ਸਰਵਲੋਕ ਪ੍ਰਕਾਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ। ਉਹ ਬਾਣੀ ਦਾ ਅਧਿਐਨ ਕਰੇ। ਹੋਰਨਾਂ ਗ੍ਰੰਥਾਂ ਨੂੰ ਵੀ ਜਿਹੜੇ ਅਧਿਆਤਮਕ ਤੌਰ ਤੇ ਸਾਧ ਸੰਗਤ ਜੀ ਹੋਰਨਾਂ ਧਰਮਾਂ ਦੇ ਅੰਦਰ ਹਨ, ਉਹ ਵੀ ਪੜ੍ਹਾਏ ਜਾਂਦੇ ਆ ਸੰਪਰਦਾਵਾਂ ਦੇ ਅੰਦਰ। ਕਿਉਂਕਿ ਜੇ ਦੂਸਰੇ ਧਰਮ ਦਾ ਗਿਆਨ ਨਾ ਹੋਇਆ ਤੇ ਤੁਲਨਾ ਕਰਕੇ ਦੱਸਣਾ ਕੀ ਹੈ। ਇਸ ਕਰਕੇ ਦੂਸਰੇ ਧਰਮ ਦਾ ਵੀ ਗਿਆਨ ਹੋਣਾ ਚਾਹੀਦਾ, ਪਰ ਬੇਸ ਜਿਹੜਾ ਹੈ ਨਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੋਣਾ ਚਾਹੀਦਾ। ਪਰ ਕੀ ਹੈ ਕਿ ਉਹ ਅੱਜ ਮਹਾਰਾਜ ਦੇ ਜਫਰਨਾਮੇ ਦੀਆਂ ਆਇਤਾਂ ਥੋੜੀਆਂ ਜੀਆਂ ਕੰਠ ਕਰ ਲੈਂਦੇ ਐ, ਤੇ ਜਦੋਂ ਕਿਤੇ ਲੜੀਵਾਰ ਕਥਾ ਕਰਨੀ ਪੈਂਦੀ ਹੈ ਫਿਰ ਫੋਨ ਖੋਲ ਲੈਂਦੇ ਆ ਸਾਹਮਣੇ, ਤੇ ਤਖਤਾਂ ਤੇ ਫੋਨ ਖੋਲ ਕੇ ਤਾਂ ਪਰਚਿਆਂ ਤੋਂ ਪੜ੍ਹ ਕੇ ਕਥਾ ਥੋੜਾ ਕਰਨ ਦੀ ਮਰਿਆਦਾ ਹੈ। ਜੇ ਤਾਂ ਆਪਾਂ ਪਰਚੀਆਂ ਤੋਂ ਹੀ ਪ੍ਰਮਾਣ ਲਿਖ ਲਿਖ ਕੇ ਪੜ੍ਹਨੇ, ਕਿਉਂਕਿ ਪ੍ਰਮਾਣ ਦਿੱਤਿਆਂ ਸਾਧ ਸੰਗਤ ਜੀ ਕਦੇ ਭੁੱਲ ਵੀ ਜਾਈਦਾ, ਕਿਉਂਕਿ ਜੀਵ ਭੁੱਲਣਹਾਰ ਹੈ। ਪਰ ਜਿਨ ਪਰਚੀਆਂ ਦੇ ਆਸਰਿਆਂ ਤੋਂ ਪ੍ਰਮਾਣ ਪੜ੍ਹਨੇ ਆ, ਜਾਂ ਜਿਨ ਸਾਧ ਸੰਗਤ ਜੀ ਫੋਨ ਲੈ ਕਰਕੇ, ਕਿਉਂਕਿ ਅੱਜ ਕੱਲ ਫੋਨਾਂ ਦੇ ਉੱਤੇ ਸਭ ਕੁਝ ਹੁੰਦਾ ਹੈ, ਤੇ ਫੋਨਾਂ ਦੇ ਉੱਤੇ ਖੋਲ ਕੇ ਵੇਖ ਕੇ ਅਰਥ ਪੜ੍ਹ ਕੇ ਕਰਨੇ ਆ, ਉਹ ਤਾਂ ਵੇਖ ਕੇ ਅਰਥ ਪੜ੍ਹ ਕੇ ਕੀ ਕਰ ਲੈਣੇ ਆ। ਤੋ ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਗੁਰੂ ਘਰ ਦੀ ਮਰਿਆਦਾ ਤੋਰੀ ਹੈ ਨਾ, ਤੇ ਗੁਰੂ ਘਰ ਵਿੱਚ ਰਹਿ ਕਰਕੇ ਹੌਲੀ ਹੌਲੀ ਇਹ ਵਿਵਸਥਾ ਵੀ ਸਾਧ ਸੰਗਤ ਜੀ ਸਿੱਖ ਦੁਖੀ ਜਿਹੜੇ ਉਹਨਾਂ ਖਤਮ ਕਰ ਦਿੱਤੀ ਹੈ। ਕੋਈ ਇਹੋ ਜਿਹੀ ਵਿਵਸਥਾ ਵੀ ਨਹੀਂ ਰਹਿਣ ਦਿੱਤੀ, ਵਿਦਿਆਲਿਆ ਵੀ ਤੈਸ਼ ਨੈਸ਼ ਕਰ ਦਿੱਤੇ ਹੈ। ਤੋ ਅੰਗਰੇਜ਼ ਨੇ ਵੀ ਇਹੀ ਕੀਤਾ ਸੀ, ਵਿਦਿਆਲਿਆਂ ਨੂੰ ਖਤਮ ਕੀਤਾ ਸੀ। ਜਿਹੜਾ ਕੋਈ ਯੋਗ ਪੜਾਉਣ ਵਾਲਾ, ਉਹਨਾਂ ਨੂੰ ਸਾਧ ਸੰਗਤ ਜੀ ਬਹੁਤ ਜ਼ਿਆਦਾ ਆਰਥਿਕ ਤੌਰ ਤੇ ਹੀ ਇੰਨਾ ਕਮਜ਼ੋਰ ਕਰ ਦਿੱਤਾ, ਤੇ ਵਿਦਿਆਲੇ ਤੈਸ਼ ਨੈਸ਼ ਕਰ ਦਿੱਤੇ। ਪੜਨ ਦੀ ਵਿਵਸਥਾ ਹੀ ਖਤਮ ਹੁੰਦੀ ਚਲੀ ਗਈ। ਇਹੋ ਜੀ ਹਾਲਤ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਆਪਾਂ ਸਮਾਂ ਹੋ ਰਿਹਾ ਤੇ ਧਿਆਨ ਕੇਂਦਰਿਤ ਕਰੀਏ। ਵਾਰ ਵਾਰ ਹਉ ਜਾਓ ਜਿਉ। ਮਹਾਰਾਜ ਅਸੀਂ ਆਪਣਾ ਜਿਹੜਾ ਹੈ ਜਨਮ ਆਪ ਤੋਂ ਵਾਰ ਦਈਏ, ਬਲਿਹਾਰ ਕੁਰਬਾਨ ਜਾਈਏ, ਆਪਣਾ ਮਨ ਵਾਰ ਦਈਏ। ਮੈਂ ਬਨਜਾਰਨ ਰਾਮ ਕੇ। ਹਾਂਜੀ, ਇੱਥੇ ਵਿਸਥਾਰ ਹੋਇਆ ਸੀ, ਮੈਂ ਬਨਜਾਰਨ ਰਾਮ ਕੀ। ਮਹਾਰਾਜ ਨਾ ਤਾਂ ਅਸੀਂ ਜਿਹੜੇ ਹੈ ਗੁਰੂ ਸਾਹਿਬ ਕਹਿੰਦੇ ਗ੍ਰਸਤੀ ਬਣਦੇ ਆ, ਨਾ ਕੋਈ ਬਾਨ ਪ੍ਰਸਤੀ, ਤੇ ਨਾ ਮਹਾਰਾਜ ਕਹਿੰਦੇ ਅਸੀਂ ਸੰਨਿਆਸੀ ਤੇ ਬ੍ਰਹਮਚਾਰੀ, ਅਸੀਂ ਤਾਂ ਵਣਜਾਰੇ ਆ ਪਰਮੇਸ਼ਰ ਦੇ ਨਾਮ ਦੇ। ਮੈਂ ਬਨਜਾਰਨ ਰਾਮ ਕੀ। ਮਹਾਰਾਜ ਅਸੀਂ ਤਾਂ ਵਣਜਾਰਨ ਆ, ਮੈਂ ਤੇਰੇ ਨਾਮ ਦੀ। ਤੇਰਾ ਨਾਮ ਵਖਰ ਵਾਪਾਰ ਜੇ। ਸਾਡੇ ਕੋਲ ਤਾਂ ਵੱਖਰ ਸੌਦਾ ਹੈ। ਮਹਾਰਾਜ ਕਹਿੰਦੇ ਤੇਰੇ ਨਾਮ ਦਾ ਵਾਹਿਗੁਰੂ ਉਹੋ ਹੀ ਵਪਾਰ ਅਸੀਂ ਕਰਦੇ ਆਂ ਜੀ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਕੋਕਿਲ ਹੋਵਾ ਅੰਬ ਬਸਾਂ। ਸਾਧ ਸੰਗਤ ਜੀ ਜੇ ਕਰਕੇ ਕੋਕਿਲ ਦੀ ਨਿਆਈ ਬ੍ਰਹਮਚਾਰੀ ਹੋ ਜਾਵੇ, ਤੇ ਇਸ ਪ੍ਰਕਾਰ ਫਿਰ ਜਿਹੜਾ ਹੈ ਬ੍ਰਹਮਚਾਰੀ ਹੋ ਕਰਕੇ ਸੋਚੇ ਕਿ ਮੈਂ ਵੀ ਗ੍ਰਸਤੀਆਂ ਵਾਂਗੂ, ਜਿਵੇਂ ਅੰਬ ਦੇ ਉੱਤੇ ਫਲ ਲੱਗਦੇ ਹੁੰਦੇ ਆ, ਕਿ ਮੇਰੀ ਵੀ ਸੰਤਾਨ ਹੋਵੇ, ਮੈਂ ਵੀ ਇਹੋ ਜਿਹਾ ਸੁਖੀ ਹੋਵਾਂ, ਫਿਰ ਗ੍ਰਸਤੀਆਂ ਵਾਂਗੂ ਬਸਣ ਦਾ ਮਨ ਵਿੱਚ ਸੋਚੇ। ਤਾਂ ਫਿਰ ਕਬੀਰ ਸਾਹਿਬ ਜੀ ਨੇ ਕਿਹਾ, ਕਬੀਰ ਜਾਓ ਗ੍ਰਹਿ ਕਰੇ ਤਾਂ ਧਰਮ ਕਰ। ਜੇ ਤੂੰ ਗ੍ਰਸਤੀ ਬਣਨਾ ਨਾ ਫਿਰ ਧਰਮ ਦੀ ਕਮਾਈ ਕਰ, ਨਾ ਹੈ ਤਾਂ ਕਰ ਬੈਰਾਗ। ਬੈਰਾਗੀ ਬੰਧਨ ਕਰੈ ਤਾਂ ਕੋ ਬੜੋ ਅਭਾਗ। ਉਹਦੇ ਵਰਗੇ ਖੋਟੇ ਭਾਗ ਹੋਰ ਕਿਸੇ ਦੇ ਨਹੀਂ। ਜੇ ਕਰਕੇ ਪ੍ਰੇਮ ਨਾ ਲੱਗਾ, ਤੇ ਉੱਤੇ ਜੋ ਮਹਾਰਾਜ ਦੱਸ ਆਏ ਆ ਨਾ ਬਨੋਵਾਸੀਆਂ ਦਾ, ਬਨ ਪ੍ਰਸਤੀਆਂ ਦਾ, ਮਹਾਰਾਜ ਕਹਿੰਦੇ ਜੇ ਪ੍ਰੇਮ ਨਾ ਲੱਗਾ ਤੇ ਬਾਨ ਪ੍ਰਸਤੀ ਨੂੰ ਫਲ ਕੀ ਮਿਲਣਾ? ਉਹ ਹਿਰਨ ਬਣ ਕੇ ਜੰਗਲਾਂ 'ਚ ਹੀ ਤੁਰੇ ਫਿਰਨਗੇ। ਫਿਰ ਅਗਲੀਆਂ ਜੂਨਾਂ ਉਹਨਾਂ ਨੂੰ, ਕਿਉਂਕਿ ਜੰਗਲਾਂ ਦੇ ਪ੍ਰੇਮੀ ਆ, ਤੇ ਫਿਰ ਜੰਗਲਾਂ 'ਚ ਹੀ ਤੁਰੇ ਫਿਰਨਗੇ। ਤੇ ਜਿਹੜੇ ਬ੍ਰਹਮਚਾਰਜ ਰੱਖਿਆ ਤੇ ਭਜਨ ਨਹੀਂ ਕੀਤਾ, ਉਹ ਅੰਦਰੋਂ ਦੌ ਲੱਗੀ ਹੈ ਵਿਸ਼ਿਆਂ ਦੀ, ਬਾਹਰੋਂ ਬ੍ਰਹਮਚਰਜ ਧਾਰਨ ਕਰ ਲਿਆ, ਫਿਰ ਸੋਚਦੇ ਆ ਕਿ ਗ੍ਰਸਤੀਆਂ ਵਾਂਗੂ ਵਸੀਏ। ਤੇ ਫਿਰ ਸਾਧ ਸੰਗਤ ਜੀ ਉਹ ਮਰ ਕੇ ਪਕਸ਼ੀਆਂ ਦੇ ਜੂਨਾਂ 'ਚ ਹੀ ਆਉਣਾ, ਜਿਹੜੇ ਕੋਇਲਾਂ ਬਣ ਕੇ ਟੁੱਕਦੇ ਆ। ਰਸੀਲੀ ਜ਼ਬਾਨ ਹੋ ਜਾਣੀ, ਪਰ ਸ਼ਬਦ ਦਾ ਅੰਦਰ ਪ੍ਰਕਾਸ਼ ਨਾ ਹੋਣਾ। ਸਾਧ ਸੰਗਤ ਜੀ ਰਸੀਲੀ ਜ਼ਬਾਨ ਦੇ ਨਾਲ ਜਿਹੜਾ ਹੈ ਬਰਾਗ ਦੀਆਂ ਗੱਲਾਂ ਬੋਲਣੀਆਂ ਸਿੱਖ ਲੈਣੀਆਂ,
ਰਸਨਾ ਤੇ ਰਸ ਬਣਾ ਕਰਕੇ ਕਿਸੇ ਨੂੰ ਭਰਮਾਉਣਾ ਸਿੱਖ ਲੈਣਾ, ਇਹਦੇ ਨਾਲ ਮੁਕਤ ਨਹੀਂ ਹੋਈਦਾ। ਜੇ ਇਹਦੇ ਨਾਲ ਮੁਕਤ ਹੋਣਾ ਤੇ ਕੋਲ ਕਿਹੜੀ ਘੱਟ ਮਿੱਠੀ ਬੋਲਦੀ ਹੈ। ਹਜੂਰ ਕਹਿੰਦੇ ਮੁਕਤੀ ਦਾ ਅੰਦਰ ਸ਼ਬਦ ਦੇ ਪ੍ਰਕਾਸ਼ ਨਾਲ ਹੁੰਦੀ ਹੈ। ਜੇ ਕਰਕੇ ਬ੍ਰਹਮਚਾਰੀ ਬਣ ਜਾਵੇ ਫਿਰ ਸੋਚੇ ਕਿ ਮੈਂ ਗ੍ਰਸਤੀਆਂ ਵਾਂਗ ਵਸਾਂ ਜਾ ਕਰਕੇ, ਅੰਬ ਵਾਂਗ ਮੇਰਾ ਵੀ ਬਾਹਲਾ ਸੰਘਣਾ ਪਰਿਵਾਰ ਹੋਵੇ, ਤੇ ਫਿਰ ਤਾਕੋ ਬੜੋ ਅਭਾਗ ਵਾਲੀ ਗੱਲ ਹੈ। ਪਰਮੇਸ਼ਰ ਦਾ ਭਜਨ ਕਰਨਾ ਚਾਹੀਦਾ। ਜੇ ਪ੍ਰੀਤ ਨਹੀਂ ਉਪਜੀ ਤਾਂ ਫਿਰ ਮਹਾਰਾਜ ਨੇ ਕਿਹਾ ਇਹ ਜਿਹੜਾ ਬ੍ਰਹਮਚਰਜੇ ਵੀ ਪਖੰਡ ਦਾ ਰੂਪ ਹੀ ਧਾਰਨ ਕਰ ਜਾਂਦਾ ਏ। ਸਹਿਜ ਸ਼ਬਦ ਵਿਚਾਰ। ਮਹਾਰਾਜ ਕਿਵੇਂ ਸਫਲੇ ਹੋਈਦਾ? ਹਜੂਰ ਕਹਿੰਦੇ ਸਹਿਜ ਸ਼ਾਂਤੀ ਪੂਰਵਕ ਸਹਿਜ ਗਿਆਨ ਧਾਰਨ ਕਰਕੇ ਸ਼ਬਦ ਦੀ ਵਿਚਾਰ ਨੂੰ ਕਰਨਾ ਚਾਹੀਦਾ, ਤਾਂ ਕਰਕੇ ਬ੍ਰਹਮਚਰਜ ਰੱਖਿਆ ਸਫਲ ਹੁੰਦਾ ਏ। ਸਹਿਜ ਸੁਭਾਏ ਮੇਰਾ ਸਹੁ ਮਿਲੈ। ਫਿਰ ਸੁਤੇ ਸਿੱਧੀ ਮਹਾਰਾਜ ਕਹਿੰਦੇ ਭਾਈ ਮੇਰਾ ਸਹੁ ਪਤੀ ਪ੍ਰਮਾਤਮਾ ਆ ਕਰਕੇ ਮਿਲ ਜਾਂਦਾ ਹੈ। ਉਹ ਵੇਖੋ ਬ੍ਰਹਮਚਰਜ ਰੱਖਣਾ ਸਤਿਗੁਰਾਂ ਜੀ ਨੇ ਉੱਤਮ ਕਿਹਾ, ਪਰ ਜੇ ਨਾਮ ਨਹੀਂ ਜਪਿਆ ਤੇ ਫਿਰ ਬ੍ਰਹਮਚਰਜ ਰੱਖਿਆ ਕਾਹਦਾ ਹੈ? ਬ੍ਰਹਮਚਰਜ ਰੱਖਿਆ ਵੀ ਉਹਦਾ ਸਫਲ ਹੈ ਜਿਹੜਾ ਸਾਧ ਸੰਗਤ ਜੀ ਨਾਮ ਜਪਦਾ ਹੈ। ਤੇ ਮਹਾਰਾਜ ਕਹਿੰਦੇ ਫਿਰ ਸੁਤੇ ਸਿੱਧ ਹੀ ਮੇਰਾ ਵਾਹਿਗੁਰੂ ਆ ਕਰਕੇ ਪ੍ਰਾਪਤ ਹੋ ਜਾਂਦਾ ਪਤੀ ਪਰਮਾਤਮਾ। ਦਰਸ਼ਨ ਰੂਪ ਅਪਾਰ। ਉਹਦੇ ਉਹ ਦਰਸ਼ਨ ਹੁੰਦੇ ਆ ਜਿਹੜੇ ਫਿਰ ਸਾਧ ਸੰਗਤ ਜੀ ਪਾਰਾਵਾਰ ਤੋਂ ਹੀ ਪਰੇ ਆ, ਜਿਨ੍ਹਾਂ ਦਰਸ਼ਨਾਂ ਦੀ ਬਾਬਤ ਦੱਸਿਆ ਹੀ ਨਹੀਂ ਜਾ ਸਕਦਾ। ਜਿਹੜਾ ਮਹਾਰਾਜ ਜੀ ਨੇ ਕਿਹਾ ਜਿਹੜਾ ਨਾ ਚੇਨ ਹੈ, ਨਾ ਚੱਕਰ ਹੈ, ਨਾ ਵਰਨ ਹੈ, ਨਾ ਜਾਤ ਹੈ, ਨਾ ਰੂਪ ਹੈ, ਨਾ ਰੰਗ ਹੈ, ਨਹੀਂ ਦੱਸਿਆ ਜਾ ਸਕਦਾ, ਉਹ ਰੂਪ ਦਾ ਦਰਸ਼ਨ ਹੁੰਦਾ। ਫਿਰ ਉਸ ਦਰਸ਼ਨ ਨੂੰ ਵੇਖ ਕਰਕੇ ਮਨ ਖੀਵਾ ਹੀ ਹੋ ਜਾਂਦਾ ਹੈ, ਨਿਹਾਲ ਹੀ ਹੋ ਜਾਂਦਾ ਹੈ। ਫਿਰ ਉਹਦਾ ਰੱਖਿਆ ਹੋਇਆ ਭੇਖ ਸਫਲਾ ਹੁੰਦਾ ਹੈ। ਨਹੀਂ ਤਾਂ ਮਹਾਰਾਜ ਕਹਿੰਦੇ ਭਾਈ ਭੇਖ ਵੀ ਪਖੰਡ ਦਾ ਰੂਪ ਹੀ ਬਣ ਜਾਂਦਾ ਏ। ਮਛਲੀ ਹੋਵਾ ਜਲ ਬਸਾਂ। ਜਿਹੜਾ ਮੱਛੀ ਹੈ ਹੁਣ ਇਹ ਗ੍ਰਸਤੀ ਆ ਗਏ। ਮਹਾਰਾਜ ਕਹਿੰਦੇ ਜੇ ਮੱਛੀ ਦੀ ਨਿਆਈ ਗ੍ਰਸਤੀ ਹੋ ਕਰਕੇ ਪਦਾਰਥਾਂ ਰੂਪੀ ਜਲ ਵਿੱਚ ਜੇ ਬਸ ਜਾਈਏ ਤਾਂ ਜੇ ਅਜਾਨਤ ਸਭ ਸਾਰ। ਸਾਰੇ ਜੀਆਂ ਜਨਤਾਂ ਦੀ ਸੰਭਾਲ ਕਰੀਏ ਕਿ ਪੁੱਤਰ ਵਿਆਹ ਲਏ, ਫਿਰ ਪੋਤੇ ਵਿਆਹ ਲਏ, ਦੋਤੇ ਦੋਤੀਆਂ ਅੱਗੇ ਤੋਂ ਅੱਗੇ ਸਭ ਦੀ ਸੰਭਾਲ ਕਰੇ। ਤੇ ਵੇਖੋ ਪੁੱਤਰਾਂ ਨੂੰ ਪੜਾਉਣ ਲੱਗਿਆ ਬੜੀ ਫਿਕਰ ਕੀਤੀ, ਅੱਗੇ ਫਿਰ ਪੋਤਰਿਆਂ ਦੀ ਫਿਕਰ ਪੈ ਗਈ ਕਿ ਵੀ ਇੰਜੀਨੀਅਰ ਬਣਨ, ਡਾਕਟਰ ਬਣਨ, ਉਹਨਾਂ ਦੇ ਨੰਬਰ ਵੇਖੇ, ਬੜਾ ਉਹਨਾਂ ਨੂੰ ਧਿਆਨ ਦਿੱਤਾ। ਸਭ ਦੀ ਸਾਰ ਸੰਭਾਲ ਜਿਹੜੀ ਹੈ ਇਸ ਤਰ੍ਹਾਂ ਜੇ ਕਰਕੇ ਗ੍ਰਸਤੀ ਬਣ ਕਰਕੇ ਕਰਦਾ ਰਹੇ। ਉਰਵਾਰ ਪਾਰ ਮੇਰਾ ਸਹੁ ਵਸੈ। ਜੇ ਕਰਕੇ ਇਹ ਨਾ ਜਾਣਿਆ ਕਿ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਮੇਰਾ ਸਹੁ ਪਤੀ ਪਰਮਾਤਮਾ ਵਸਦਾ, ਉਹਦੀ ਪ੍ਰੀਤ ਨਾ ਪਾਈ ਤੇ ਫਿਰ ਮਹਾਰਾਜ ਕਹਿੰਦੇ ਗ੍ਰਸਤ ਦੇ ਧੰਦੇ ਹੀ ਗਲ ਪਏ ਰਹਿਣੇ ਆ। ਫਿਰ ਗ੍ਰਸਤੀ ਹੋਣਾ ਕਾਹਦਾ ਸਫਲਾ ਹੈ? ਸਾਰੇ ਪਰਿਵਾਰ ਦੀ ਸਾਰ ਸੰਭਾਲ 'ਚ ਹੀ ਲੱਗਾ ਰਿਹਾ ਤੇ ਪਦਾਰਥਾਂ ਰੂਪੀ ਜਲ 'ਚ ਵਸਦਾ ਰਿਹਾ ਹੈ ਗ੍ਰਸਤੀ ਬਣ ਕਰਕੇ। ਤੇ ਮਹਾਰਾਜ ਕਹਿੰਦੇ ਜੇ ਨਾਮ ਨਹੀਂ ਨਾ ਜਪਿਆ ਤੇ ਉਹ ਗ੍ਰਸਤੀ ਫਿਰ ਮੱਛੀਆਂ ਹੀ ਬਣ ਕੇ ਪੈਦਾ ਹੋਣਗੇ, ਕਿਉਂਕਿ ਗ੍ਰਸਤ ਦੇ ਵਿੱਚ ਹੀ ਫਸ ਕਰਕੇ ਭਜਨ ਹੀ ਨਹੀਂ ਕੀਤਾ ਵਾਹਿਗੁਰੂ ਦਾ। ਮਹਾਰਾਜ ਕਹਿੰਦੇ ਨੇ ਜਿਹੜੇ ਗੁਰਮੁਖ ਹਨ ਉਹ ਪਦਾਰਥਾਂ ਰੂਪੀ ਜਲ ਵਿੱਚ ਰਹਿੰਦੇ ਐ, ਗ੍ਰਸਤੀ ਬਣ ਕਰਕੇ ਮੱਛੀ ਦੀ ਨਿਆਈ। ਤੇ ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰ ਸੰਭਾਲ ਵੀ ਸਾਰਿਆਂ ਦੀ ਕਰਦੇ ਆ, ਦੇਖਭਾਲ ਕਰਦੇ ਐ, ਪਰ ਜਾਣਦੇ ਕੀ ਹੈ? ਔਰ ਵਾਰ ਪਾਰ ਮੇਰਾ ਸਹੁ ਵਸੈ, ਕਿ ਇਥੇ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਮੇਰਾ ਸਹੁ ਪਤੀ ਪਰਮਾਤਮਾ ਹੀ ਵਸਦਾ ਹੈ। ਇਸ ਕਰਕੇ ਪਰਮੇਸ਼ਰ ਦਾ ਭਜਨ ਕਰਦੇ ਆ ਗ੍ਰਸਤ ਵਿੱਚ ਰਹਿੰਦੇ ਹੋਏ ਵੀ। ਮਹਾਰਾਜ ਕਹਿੰਦੇ ਉਹਨਾਂ ਨੂੰ ਗ੍ਰਸਤ ਦੇ ਧੰਦੇ ਚਿੰਬੜਦੇ ਨਹੀਂ, ਫਿਰ ਮਨ ਕਰਕੇ ਨਹੀਂ ਚਿੰਬੜਦੇ, ਸਰੀਰ ਕਰਕੇ ਸਾਰੇ ਹੀ ਗ੍ਰਸਤ ਦੇ ਧੰਦੇ ਨਿਭਾਉਂਦੇ। ਜਿਵੇਂ ਭਾਈ ਭਿਖਾਰੀ ਜੀ ਸੀਗੇ, ਉਹ ਭਾਈ ਗੁਰਮੁਖ ਜੀ ਨੇ ਜਾ ਕਰਕੇ ਵੇਖਿਆ, ਕਹਿੰਦੇ ਤੂੰ ਤਾਂ ਭਾਈ ਧੰਦਿਆਂ 'ਚ ਫਸਿਆ ਹੋਇਆ। ਗੁਰੂ ਸਾਹਿਬ ਨੇ ਕਿਹਾ ਕਿ ਤੂੰ ਬ੍ਰਹਮ ਗਿਆਨੀ ਹੈ। ਭਾਈ ਭਿਖਾਰੀ ਜੀ ਕਹਿੰਦੇ ਆਓ ਤੁਸੀਂ ਮਹਾਰਾਜ ਦੇ ਕੋਲੋਂ ਆਏ ਹੋ, ਪ੍ਰਸ਼ਾਦ ਪਾਣੀ ਛਕੋ। ਮਹਾਰਾਜ ਦੀ ਤਾਂ ਸੱਚੇ ਪਾਤਸ਼ਾਹ ਜੀ ਦੀ ਇਹ ਵਡਿਆਈ ਹੈ ਨਾ, ਨਿਮਾਣਿਆਂ ਨੂੰ ਮਾਣ ਦਿੰਦੇ ਆ। ਬ੍ਰਹਮ ਗਿਆਨੀ ਮੈਂ ਕਾਹਦਾ, ਮੈਂ ਤਾਂ ਧੰਦਿਆਂ 'ਚ ਹੀ ਫਸਿਆ, ਤੁਸੀਂ ਰਹੋ ਕੁਝ ਚਿਰ ਹੁਣ ਆਏ ਆ ਤਾਂ। ਤੇ ਉਹ ਭਾਈ ਭਿਖਾਰੀ ਜੀ ਜਿਹੜੀਆਂ ਸਾਧ ਸੰਗਤ ਜੀ ਤੱਪੜ ਸੀ ਨਾ, ਪੱਲੀਆਂ ਆਦਿਕ ਜਿਹੜੀਆਂ ਚਾਦਰਾਂ ਹੁੰਦੀਆਂ ਉਹਨਾਂ ਨੂੰ ਸਿਉਂ ਰਹੇ ਸੀ। ਤੇ ਜਦੋਂ ਅਗਲੇ ਦਿਨ ਪੁੱਤਰ ਦਾ ਵਿਆਹ ਧਰਿਆ, ਫਿਰ ਪੁੱਤਰ ਚੜ੍ਹਾਈ ਕਰ ਗਿਆ ਤੇ ਉਹੋ ਹੀ ਜਿਹੜੇ ਸਿਉਂ ਰਹੇ ਸੀ ਨਾ ਸਫਾਵਾਂ, ਉਹ ਵਿਛਾਉਣ ਲੱਗ ਪਏ ਜਿਹੜੇ ਸੋਗ ਕਰਨ ਵਾਸਤੇ ਆਏ। ਤੇ ਫਿਰ ਭਾਈ ਗੁਰਮੁਖ ਨੇ ਕਿਹਾ ਮਹਾਰਾਜ ਤਾਂ ਤੁਹਾਨੂੰ ਪਹਿਲੇ ਦਿਨ ਪਤਾ ਸੀ? ਕਹਿੰਦੇ ਹਾਂ ਪਤਾ ਸੀ। ਕਹਿੰਦੇ ਫਿਰ ਆਪਣੇ ਪੁੱਤਰ ਦੇ ਵਿਆਹ ਦਾ ਇੰਨਾ ਚਾਅ ਮਲਾਰ ਕੀਤਾ? ਕਹਿੰਦੇ ਪਰਮੇਸ਼ਰ ਦੀ ਨੀਅਤ ਹੈ, ਉਹਦੀ ਰਜਾ ਉਹਦੀ ਆਗਿਆ ਵਿੱਚ ਰਹਿਣਾ ਚਾਹੀਦਾ।
ਤੇ ਫਿਰ ਭਾਈ ਗੁਰਮੁਖ ਨੇ ਮੱਥਾ ਟੇਕਿਆ, ਮਹਾਰਾਜ ਧੰਨੋ ਤੁਸੀਂ ਗ੍ਰਸਤੀ ਹੋ ਕਰਕੇ ਐਡਾ ਗਿਆਨ ਦ੍ਰਿੜ ਕੀਤਾ, ਵਾਹਿਗੁਰੂ ਦੀ ਰਜਾ ਮੰਨਦੇ ਹੋ। ਜੇ ਪੁੱਤਰ ਦੀ ਮੌਤ ਹੋ ਗਈ ਤੇ ਕੋਈ ਸ਼ੋਗ ਨਹੀਂ, ਪੁੱਤਰ ਦਾ ਵਿਆਹ ਸੀ ਤੇ ਉਹਨਾਂ ਖੁਸ਼ੀਆਂ ਵਿੱਚ ਸਾਧ ਸੰਗਤ ਜੀ ਮਨ ਨਹੀਂ ਸੀ ਖੁੱਬਿਆ ਹੋਇਆ, ਮਨ ਨਿਰਲੇਪ ਹੈ। ਇਹ ਹੈ ਗ੍ਰਸਤੀ, ਸਫਲ ਗ੍ਰਸਤੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜੇ ਤਾਂ ਜਾਣੇ ਕਿ ਇਸ ਲੋਕ ਵਿੱਚ ਵੀ 100 ਪਤੀ ਵਸਦਾ ਹੈ ਤੇ ਪਰਲੋਕ ਵਿੱਚ ਵੀ ਉਹਦਾ ਹੀ ਵਾਸਾ ਹੈ, ਫਿਰ ਤਾਂ ਮਹਾਰਾਜ ਕਹਿੰਦੇ ਗ੍ਰਸਤ ਜਿਹੜਾ ਹੈ ਸਫਲਾ ਹੋ ਜਾਂਦਾ ਹੈ। ਫਿਰ ਮੱਛੀ ਜਿਵੇਂ ਪਾਣੀ 'ਚ ਰਹਿੰਦੀ ਹੈ ਨਾ, ਤੇ ਸਾਧ ਸੰਗਤ ਜੀ ਪਾਣੀ ਭਾਵੇਂ ਉਹਦਾ ਜੀਵਨ ਹੁੰਦਾ ਹੈ, ਗ੍ਰਸਤ ਜਿਹੜੇ ਰਹਿੰਦੇ ਆ ਪਦਾਰਥ ਮਾਇਆ ਇਹ ਜੀਵਨ ਦਾ ਨਿਰਵਾਹ ਹੈ, ਪਰ ਮਨ ਕਰਕੇ ਉਹ ਇਹਦੇ ਤੋਂ ਨਿਰਲੇਪ ਰਹਿੰਦੇ ਆ। ਮਨ ਕਰਕੇ ਨਿਰਲੇਪ ਰਹਿਣਾ, ਫਿਰ ਉਹ ਕਮਲ ਫੁੱਲ ਦਾ ਦ੍ਰਿਸ਼ਟਾਂਤ ਮਹਾਰਾਜ ਧਰਿਆ ਹੈ। ਇਸ ਤਰ੍ਹਾਂ ਗ੍ਰਸਤੀ ਸਫਲਾ ਹੋ ਜਾਂਦਾ ਏ। ਹਾਂ ਮਿਲਾਂਗੇ ਬਾਹ ਪਸਾਰ, ਜਿਹਨੂੰ ਇਹ ਨਿਸ਼ਚਾ ਆ ਜਾਵੇ ਨਾ, ਉਹ ਫਿਰ ਸਾਧ ਸੰਗਤ ਜੀ ਆਪ ਜਿਹੜੇ ਆ ਇੰਨਾ ਪਿਆਰ ਕਰਦੇ ਹੋਏ ਕਹਿੰਦੇ ਮਹਾਰਾਜ ਅਸੀਂ ਆਪਣੀ ਜਿਹੜੀ ਹੈ ਭੁਜਾ ਪ੍ਰਤੱਖ ਵੀ ਪਸਾਰ ਕਰਕੇ ਆਪ ਨੂੰ ਮਿਲ ਪਵਾਂਗੇ, ਇਹ ਸਾਡਾ ਨਿਸ਼ਚਾ ਹੈ। ਕਿਉਂਕਿ ਪ੍ਰੀਤ ਹੈ ਨਾ ਅੰਦਰ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਆਪਣੇ ਮਨ ਰੂਪੀ ਭੁਜਾ ਨੂੰ, ਬਿਰਤੀ ਰੂਪੀ ਭੁਜਾ ਨੂੰ ਪਸਾਰ ਕਰਕੇ ਆਪ ਨੂੰ ਮਿਲ ਪਈਏ। ਨਾਗਨ ਹੋਵਾ ਧਰ ਵਸਾਂ, ਫਿਰ ਨਾਗਣਾ ਦੀ ਨਿਆਈ ਕੌਣ ਹਨ? ਸੰਨਿਆਸੀ ਹਨ। ਹੁਣ ਇਹ ਅਖੀਰਲੇ ਮਹਾਰਾਜ ਦੱਸ ਰਹੇ ਆ, ਇਹ ਜਿਹੜੀਆਂ ਨਾਗਣਾ ਹੁੰਦੀਆਂ ਨਾ ਉਹ ਆਪ ਨਹੀਂ ਖੁੱਡ ਬਣਾਉਂਦੀਆਂ, ਚੂਹਿਆਂ ਦੀਆਂ ਖੁੱਡਾਂ ਬਣੀਆਂ 'ਚ ਜਾ ਜਾ ਕੇ ਵੜਦੀਆਂ ਨੇ ਨਾਗਣਾ। ਤੇ ਜਿਹੜੇ ਸੰਨਿਆਸੀ ਹੁੰਦੇ ਆ ਨਾ ਆਪ ਨਹੀਂ ਘਰ ਮਕਾਨ ਪਾਉਂਦੇ, ਇਹ ਬਣੇ ਹੋਏ ਮਕਾਨਾਂ ਮਹਿਲਾਂ ਵਿੱਚ ਜਾ ਕਰਕੇ ਰਹਿੰਦੇ ਆ। ਤੇ ਜਿਹੜੇ ਵੇਖ ਲੋ ਹੈ ਤਾਂ ਬਾਹਰੋਂ ਸੰਨਿਆਸੀ, ਤੇ ਜੇ ਅੱਜ ਕੱਲ ਦਾ ਦੌਰ ਵੇਖੀਏ ਜਿੰਨੀਆਂ ਜਾਇਦਾਦਾਂ ਸੰਨਿਆਸੀਆਂ ਕੋਲ ਹੋਰ ਕਿਸੇ ਕੋਲ ਵੀ ਹੋਣੀਆਂ ਨਹੀਂ। ਤੋ ਇਉਂ ਜਿਹੜੀ ਹੈ ਸੰਨਿਆਸੀ ਬਣ ਕਰਕੇ ਵੀ ਜੇ ਪਰਮੇਸ਼ਰ ਦਾ ਭਜਨ ਨਾ ਕੀਤਾ ਤੇ ਫਿਰ ਕੀ ਹੋਊਗਾ? ਜਿਹੜੀਆਂ ਉਹ ਨਾਗਣਾ ਫਿਰ ਕਿੱਥੇ ਰਹਿੰਦੀਆਂ? ਉਹ ਧਰਤੀ 'ਚ ਜਿੱਥੇ ਧਨ ਦੱਬਿਆ ਹੁੰਦਾ ਨਾ ਉੱਥੇ ਰਹਿੰਦੀਆਂ ਹਨ। ਫਿਰ ਮਹਾਰਾਜ ਕਹਿੰਦੇ ਸੰਨਿਆਸ ਬਾਹਰੋਂ ਤਾਂ ਧਾਰਨ ਕਰ ਲਿਆ, ਪਰਮੇਸ਼ਰ ਦਾ ਭਜਨ ਨਾ ਕੀਤਾ ਤੇ ਫਿਰ ਨਾਗਣਾ ਬਣ ਬਣ ਕੇ ਧਰਤੀ 'ਚ ਜਿੱਥੇ ਧਨ ਦੱਬਿਆ ਉੱਥੇ ਆ ਕਰਕੇ ਵਸਣਗੇ। ਫਿਰ ਜੇ ਪਰਮੇਸ਼ਰ ਦਾ ਭਜਨ ਨਾ ਕੀਤਾ ਤਾਂ ਇਉਂ ਹਜੂਰ ਫਰਮਾਉਂਦੇ ਹਨ ਨਾਗਣ ਨਾਗਨ ਹੋਵਾ ਧਰ ਵਸਾਂ। ਜੇ ਮਹਾਰਾਜ ਕਹਿੰਦੇ ਸੰਨਿਆਸੀ ਹੋ ਗਿਆ ਨਾਗਣ ਦੀ ਤਰ੍ਹਾਂ, ਤੇ ਧਰਤੀ ਦੇ ਉੱਤੇ ਜਿਹੜਾ ਗੁਫਾ ਬਣਾ ਕਰਕੇ ਜਿਹੜਾ ਆਪਣੀਆਂ ਕਿਸੇ ਦੀਆਂ ਬਣਾਈਆਂ ਗੁਫਾ ਦੇ ਅੰਦਰ ਮਹਾਰਾਜ ਕਹਿੰਦੇ ਜਾ ਕਰਕੇ ਵਸਿਆ ਰਹਿਣ ਲੱਗ ਪਿਆ। ਸ਼ਬਦ ਵਸੈ ਭਉ ਜਾਏ, ਪਰ ਸ਼ਬਦ ਅੰਦਰ ਵਸਿਆ ਹੀ ਨਹੀਂ ਤੇ ਫਿਰ ਭਉ ਜੰਮਣ ਮਰਨ ਦਾ ਕਿੱਥੋਂ ਜਾਣਾ ਸੀਗਾ? ਉਹ ਨਹੀਂ ਜਾਂਦਾ ਹੈ। ਉਹ ਤਾਂ ਜਾਂਦਾ ਉਦੋਂ ਜਦੋਂ ਸ਼ਬਦ ਵਸ ਜੇ ਅੰਦਰ, ਗੁਰੂ ਜੀ ਦਾ ਸ਼ਬਦ ਹਿਰਦੇ ਵਿੱਚ ਵਸ ਜਾਵੇ, ਸ਼ਬਦ ਬ੍ਰਹਮ ਜਦੋਂ ਅੰਦਰ ਆ ਕਰਕੇ ਵਸ ਜਾਵੇ ਤਾਂ ਤੇ ਰੱਖਿਆ ਹੋਇਆ ਸੰਨਿਆਸ ਫਿਰ ਸਫਲਾ ਹੋ ਜਾਂਦਾ ਹੈ। ਨਹੀਂ ਤਾਂ ਮਹਾਰਾਜ ਕਹਿੰਦੇ ਭਾਈ ਮਰਨ ਜੰਮਣ ਮਰਨ ਦਾ ਭਉ ਡਰ ਨਹੀਂ ਅੰਦਰੋਂ ਖਤਮ ਹੁੰਦਾ, ਫੇਰ ਹੀ ਭਉ ਨਾਸ਼ ਹੁੰਦਾ ਜੇ ਕਰਕੇ ਸ਼ਬਦ ਬ੍ਰਹਮ ਵਸ ਜਾਵੇ। ਨਾਨਕ ਸਦਾ ਸੁਹਾਗਣੇ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਪ੍ਰੇਮ ਦੀ ਰੀਤ ਮੇਰੇ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ ਉਹ ਸਦਾ ਹੀ ਵਾਹਿਗੁਰੂ ਦੇ ਸੁਹਾਗ ਭਾਗ ਵਾਲੇ ਹਨ। ਜਨ ਜੋਤੇ ਜੋਤ ਸਮਾਏ, ਤਿਨਾਂ ਨੂੰ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ ਹੈ ਕਿ ਜਿੰਨਾ ਚਿਰ ਸੰਸਾਰ ਵਿੱਚ ਰਹਿੰਦੇ ਐ ਵਾਹਿਗੁਰੂ ਦੇ ਵਿੱਚ ਹੀ ਪ੍ਰੇਮ ਕਰਕੇ ਲੀਨ ਹੋਏ ਰਹਿੰਦੇ ਐ। ਜਦੋਂ ਆਪਦੇ ਸਰੀਰ ਨੂੰ ਛੱਡਦੇ ਐ ਉਹਨਾਂ ਦੀ ਜਿਹੜੀ ਜੋਤ ਹੈ ਨਾ ਸਾਧ ਸੰਗਤ ਜੀ, ਉਹ ਪਰਤਕ ਜੋਤ ਪਰਮੇਸ਼ਰ ਦੀ ਪਰਮ ਜੋਤ ਦੇ ਅੰਦਰ ਲੀਨ ਹੋ ਜਾਂਦੀ ਹੈ। ਸਮਾ ਜਾਂਦੇ ਐ ਜਿਵੇਂ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕੀਤੀ ਹੈ ਕਿ ਪ੍ਰੇਮ ਦੀ ਰੀਤ ਸਭ ਤੋਂ ਉੱਤਮ ਹੈ। ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਨਹੀਂ ਤਾਂ ਮਹਾਰਾਜ ਨੇ 10ਵੇਂ ਪਾਤਸ਼ਾਹ ਨੇ ਸਾਰੇ ਭੇਖ ਲਿਖੇ ਆ। ਮਹਾਰਾਜ ਨੇ ਕਿਹਾ ਕਿ ਇਹ ਭੇਖ ਜਿਹੜੇ ਆ ਫਿਰ ਪਖੰਡ ਦਾ ਰੂਪ ਹੀ ਧਾਰਨ ਕਰ ਜਾਂਦੇ ਆ। ਬਾਹਰੋਂ ਧਾਰਿਆ ਹੋਇਆ ਭੇਖ ਜਿਹੜਾ ਵਾਹਿਗੁਰੂ ਨੂੰ ਮਿਲਣ ਵਿੱਚ ਸਹਾਈ ਨਹੀਂ ਹੁੰਦਾ ਜੇ ਕਰਕੇ ਪਰਮੇਸ਼ਰ ਨਾਲ ਪ੍ਰੇਮ ਨਹੀਂ ਪਿਆ। ਜੇ ਪ੍ਰੇਮ ਪਿਆ ਤੇ ਫਿਰ ਸਾਰੇ ਹੀ ਸਾਧਨ ਜਿਹੜੇ ਆ ਆਸ਼ਰਮ ਮਹਾਰਾਜ ਕਹਿੰਦੇ ਸਫਲੇ ਹੋ ਜਾਂਦੇ ਆ। ਹਜੂਰ ਨੇ ਆਪਦੇ ਸਿੱਖਾਂ ਨੂੰ ਇਹ ਸਾਰੀਆਂ ਹੀ ਦਾਤਾਂ ਬਖਸ਼ੀਆਂ ਨੇ। ਨਾਮ ਜਪਦੇ ਹੋਏ ਸਿੱਖ ਸਫਲ ਗ੍ਰਸਤੀ ਬਣ ਜਾਂਦੇ ਆ, ਸਫਲ ਹੀ ਬ੍ਰਹਮਚਾਰੀ ਹੁੰਦੇ ਆ।
ਤੇ ਸਫਲ ਹੀ ਬਾਣ ਪ੍ਰਸਤੀ ਹੁੰਦੇ ਆ। ਘਰ ਨੂੰ ਛੱਡ ਕੇ ਸੰਗਤ ਵਿੱਚ ਸੇਵਾ ਕਰਨੀ ਤੇ ਫਿਰ ਸਾਧ ਸੰਗਤ ਜੀ ਮੋਹ ਸ਼ਰੀਰਾਂ ਦਾ ਤੋੜ ਕੇ ਸੰਨਿਆਸ ਹੀ ਧਾਰਨ ਕਰ ਲੈਣਾ, ਆਪਦਾ ਜਿਹੜਾ ਤਨ ਮਨ ਧਾਨੀ ਗੁਰੂ ਸਾਹਿਬ ਦੇ ਅੱਗੇ ਭੇਟ ਕਰ ਦੇਣਾ। ਗੁਰਸਿੱਖਾਂ ਵਰਗਾ ਕੋਈ ਮਹਾਰਾਜ ਜੀ ਨੇ ਸੰਨਿਆਸੀ ਨਹੀਂ ਹੋਰ ਕਿਹਾ। ਮਹਾਰਾਜ ਕਹਿੰਦੇ ਇਹੋ ਹੀ ਵੱਡੇ ਸਫਲ ਗ੍ਰਸਤੀ ਵੀ ਹੈ, ਇਹੋ ਹੀ ਬਾਣ ਪ੍ਰਸਤੀ ਵੀ ਹਨ ਤੇ ਇਹੋ ਹੀ ਬ੍ਰਹਮਚਾਰੀ ਹਨ। ਇਹ ਮਹਾਰਾਜ ਨੇ ਐਸੀ ਗੁਰਮਤਿ ਬਖਸ਼ ਕੇ ਸਿੱਖਾਂ ਨੂੰ ਨਿਹਾਲ ਕੀਤਾ। ਮਹਾਰਾਜ ਜੀ ਰਹਿਮਤ ਕਰਨ, ਹਜੂਰ ਦਾ ਪਵਿੱਤਰ ਉਪਦੇਸ਼ ਹਿਰਦੇ 'ਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਨਾਗਨ ਹੋਵਾ ਧਰ ਵਸਾ, ਸ਼ਬਦ ਵਸੈ ਪਉ ਜਾਏ। ਨਾਨਕ ਸਦਾ ਸੁਹਾਗਣੇ, ਜਨ ਜੋਤੇ ਜੋਤ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏ ਅਚੁੱਤ ਹੈ ਪਾਰ ਬ੍ਰਹਮ, ਆਬੇ ਨਾ